ਇਸ ਵਕਤ ਅਕਾਲ ਚੈਨਲ ਦੀ ਟੀਮ ਪਹੁੰਚ ਚੁੱਕੀ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਮਖੂ ਸ਼ਹਿਰ ਦੇ ਵਿੱਚ, ਜਿੱਥੇ ਅਸੀਂ ਵੇਖ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਬਜ਼ੁਰਗ ਔਰ ਨੌਜਵਾਨ ਇੱਥੇ ਰੋਸ ਧਰਨੇ ਉੱਤੇ ਬੈਠੇ ਹੋਏ ਨੇ। ਇੱਕ ਵਿਰੋਧ ਹੈ ਜੋ ਖੇਤੀ ਆਰਡੀਨੈਂਸ ਬਿੱਲ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ, ਜਿਹਦੇ ਵਿੱਚ ਕਿਸੇ ਵੀ ਕਿਸਾਨ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਗਈ, ਬਲਕਿ ਉਹਨਾਂ ਦੇ ਹੱਕਾਂ ਉੱਤੇ ਸਿੱਧੇ ਤੌਰ ਤੇ ਇੱਕ ਡਾਕਾ ਮਾਰਨ ਦੀ ਤਰ੍ਹਾਂ ਆ। ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਸਰਦਾਰ ਜਗਤਾਰ ਸਿੰਘ ਜੀ ਜੁੜੇ ਹੋਏ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੂਰਾ ਪੰਜਾਬ ਅੱਜ ਸੜਕਾਂ ਦੇ ਉੱਤੇ ਹੈਗਾ ਆ। ਇੱਕ ਰੋਸ ਹੈ ਸਰਕਾਰਾਂ ਦੇ ਖਿਲਾਫ, ਚਾਹੇ ਉਹ ਕਿਸੇ ਵੀ ਪਾਰਟੀ ਸਰਕਾਰ ਹੋਵੇ, ਕਿਉਂਕਿ ਕਿਤੇ ਨਾ ਕਿਤੇ ਸਾਰੇ ਹੀ ਸ਼ਾਮਲ ਨੇ ਉਸ ਆਰਡੀਨੈਂਸ ਉੱਤੇ ਦਸਤਖਤ ਕਰਨ ਦੇ ਵਿੱਚ। ਭਾਵੇਂ ਅੱਜ ਉਹ ਵੀ ਆਪਣਾ ਰੋਸ ਜ਼ਾਹਰ ਕਰ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹਨੂੰ ਕਿਵੇਂ ਲੈਂਦੇ ਹੋ? ਇਹ ਤਾਂ ਜੀ ਉਹ ਤਾਂ ਜਿਹੜੇ ਸਿਆਸੀ ਲੋਕ ਨੇ ਉਹ ਤਾਂ ਸਿਆਸੀ ਰੋਟੀਆਂ ਸੇਕਦੇ ਨੇ ਤੇ ਅਸੀਂ ਤਾਂ ਸਮੁੱਚੇ ਕਿਸਾਨਾਂ ਨੂੰ ਤੇ ਤੁਹਾਡੇ ਮੀਡੀਅਮ ਰਾਹੀਂ ਬੇਨਤੀ ਕਰਨੇ ਆ ਵੀ ਇਹਨਾਂ ਸਿਆਸੀ ਲੋਕਾਂ ਦੇ ਮਗਰ ਨਾ ਲੱਗੋ। ਜੇ ਕਿਸਾਨਾਂ ਦਾ ਕਿਤੇ ਚੰਗਾ ਧਰਨਾ ਹੋ ਜੇ, ਸਿਆਸੀ ਲੀਡਰ ਉੱਥੇ ਪਹੁੰਚ ਜਾਂਦੇ ਨੇ, ਉਹਨਾਂ ਨੂੰ ਇਹਨਾਂ ਚੋਰ ਮੋਰੀਆਂ ਦਾ 2-3 ਸਾਲ ਹੋ ਗਏ ਪਹਿਲਾਂ ਹੀ ਪਤਾ ਸੀ ਵੀ ਜੋ ਕਿਸਾਨਾਂ ਨਾਲ ਹੋਣਾ ਹੈ। ਕਿਉਂਕਿ ਮੋਦੀ ਸਰਕਾਰ ਨੇ ਪਿੱਛੇ ਵੀ ਨੋਟ ਬੰਦ ਕੀਤੇ, ਫਿਰ ਕਾਰਗਿਲ ਦਾ ਹਮਲਾ ਕੀਤਾ, ਫਿਰ ਚੀਨ 'ਚ ਸਾਡੇ ਜਵਾਨ ਸ਼ਹੀਦ ਕਰਾਏ। ਇਹ ਸਾਡੇ ਜਿੰਨੇ ਜਵਾਨ ਉੱਥੇ ਸ਼ਹੀਦ ਕਰਾਏ ਉਹਨਾਂ ਦਾ ਵੀ ਬੜਾ ਦੁੱਖ ਹੈ। ਹੋਰ ਜਿਹੜਾ ਕਿਸਾਨੀ ਦਾ ਦੁੱਖ ਹੈ ਉਹ ਉਦੋਂ ਵੀ ਜ਼ਿਆਦਾ ਹੈ ਜੀ, ਕਿਉਂਕਿ ਕਿਸਾਨੀ ਦਾ ਜਿਹੜਾ ਬਿਜਲੀ ਐਕਟ ਹੈ ਉਹ ਵੀ ਸਾਡੇ ਤੋਂ ਬਿਜਲੀ ਵੀ ਖੋਹਣ ਜਾ ਰਹੀ ਹੈ। ਤੇ ਜਿਹੜਾ ਇੱਕ ਦੇਸ਼ ਹੋਣ ਦੇ ਨਾਤੇ, ਹਿੰਦੁਸਤਾਨ ਹੋਣ ਦੇ ਨਾਤੇ ਸਾਡੇ ਨਾਲ ਮਰਤਈ ਮਾਂ ਵਾਲਾ ਵਿਰਤਾ ਕੀਤਾ ਜਾਂਦਾ, ਕਿਉਂਕਿ ਦਿੱਲੀ ਦੇ ਵਿੱਚ ਬਿਜਲੀ ਸਸਤੀ, ਇੱਥੇ ਮਹਿੰਗੀ ਹੈ। ਹਰਿਆਣੇ 'ਚ ਬਿਜਲੀ ਦਾ ਰੇਟ ਹੋਰ ਹੈ, ਕਿਉਂਕਿ ਇੱਕੋ ਦੇਸ਼ ਹੈ। ਅਸੀਂ ਤਾਂ ਇਹੋ ਹੀ ਮੰਗ ਕਰਨੇ ਆ ਕਿ ਕਿਉਂ ਪੰਜਾਬ ਨੂੰ ਖੁਦ ਮੁਖਤਿਆਰੀ ਦਾ ਹੀ ਸਾਨੂੰ ਸੂਬੇ ਦਾ ਐਲਾਨ ਕਰ ਦੇਣ, ਕਿਉਂਕਿ ਸਾਡੇ ਬਜ਼ੁਰਗਾਂ ਨੇ ਸਾਰਿਆਂ ਨੇ ਇਸੇ ਕੰਮ ਲਈ ਜੇਲ੍ਹਾਂ ਕੱਟੀਆਂ ਸਨ ਤੇ ਅਜੇ ਤੱਕ ਖੁਦ ਮੁਖਤਿਆਰੀ। ਜੇ ਖਾਲਿਸਤਾਨ ਦੀ ਮੰਗ ਕੋ ਕਰਦਾ ਤੇ ਖਾਲਿਸਤਾਨ ਵੀ ਇਹੋ ਚੀਜ਼ ਹੀ ਵੀ ਜੇ ਖਾਲਿਸਤਾਨ 'ਚ ਅਸੀਂ ਆਪਦੀ ਖਾਲਸ ਗੱਲ ਰੱਖ ਸਕਨੇ ਆ। ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਇਹਦੇ ਵਿੱਚ ਅਸੀਂ ਕੋਈ ਗੱਲ ਨਹੀਂ ਰੱਖ ਸਕਦੇ। ਇਹ ਮੁੱਦਾ ਜਿਹੜਾ ਹੁਣ ਆਮ ਕਿਸਾਨੀ ਦਾ, ਕਿਸਾਨ ਦਾ, ਜਵਾਨ ਦਾ, ਦੁਕਾਨਦਾਰ, ਮਜ਼ਦੂਰ, ਜੋ ਵੀ ਰੇਹੜੀ ਵੀ ਭਲਾ ਲਾਉਂਦਾ, ਸਾਰੇ ਮਾਰੇ ਜਾਣੇ ਨੇ। ਕਿਉਂਕਿ ਜੇ ਕਿਸਾਨ ਮਰਿਆ, ਜੇ ਝੋਟਾ ਮਰ ਗਿਆ, ਜੂਆਂ ਨਾਲ ਮਰ ਜਾਣੀਆਂ ਨੇ। ਸਾਰਿਆਂ ਨੂੰ ਅਸੀਂ ਤਾਂ ਕਿਸਾਨਾਂ ਨੂੰ ਵੀ ਬੇਨਤੀ ਤੁਹਾਡੇ ਮੀਡੀਅਮ ਕਰਨੇ ਆ ਵੀ ਵੱਧ ਤੋਂ ਵੱਧ ਸਾਡੀ ਪ੍ਰੋਜ ਜਿਹੜੀ ਕਰੋ, ਸਾਡੀ ਹਮਾਇਤ ਕਰੋ। ਕੋਈ ਤੁਹਾਡੇ ਤੋਂ ਪੈਸਾ ਨਹੀਂ ਮੰਗਦੇ, ਕੋਈ ਫੰਡ ਨਹੀਂ ਮੰਗਦੇ। ਤੁਸੀਂ ਆਣ ਕੇ ਰੋਸ ਕਰਿਆ ਕਰੋ, ਜਿਵੇਂ ਅੱਜ ਸਾਰੇ ਪੰਜਾਬ ਦੇ ਵਿੱਚ ਆਣ ਕੇ ਰੋਸ ਸਾਰੀਆਂ ਜਥੇਬੰਦੀਆਂ, ਟੋਟਲੀ ਜਥੇਬੰਦੀਆਂ ਰੋਸ ਕਰ ਰਹੀਆਂ ਨੇ। ਸਾਡੀਆਂ ਇੱਥੇ ਟੋਟਲੀ ਜਥੇਬੰਦੀਆਂ ਮਖੂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਮਾਨ ਟੋਟਲੀ ਇੱਥੇ ਰੋਸ ਦੇ ਵਿੱਚ ਬੈਠੀਆਂ। ਸਾਰਾ ਪੰਜਾਬ ਅੱਜ ਸੜਕਾਂ ਦੇ ਉੱਤੇ ਬੈਠਾ ਹੈ ਤੇ ਬੈਠਾ ਕਾਹਦੇ ਲਈ? ਸਾਡੀ ਜਿਹੜੀ ਇੱਕੋ ਹੀ ਫਸਲ ਸੀ ਝੋਨਾ ਤੇ ਕਣਕ, ਉਹਨੂੰ ਵੀ ਤੋੜ ਕੇ ਵਪਾਰੀਆਂ ਦੇ ਹੱਥਾਂ 'ਚ ਦੇ ਰਹੀ। ਸਾਡੇ ਕੋਲ ਜ਼ਮੀਨਾਂ ਤਾਂ ਪਹਿਲਾਂ ਹੀ ਨਹੀਂ ਹੈਗੀਆਂ, ਕਿਉਂਕਿ ਜ਼ਮੀਨਾਂ ਜਿਹੜੀਆਂ ਨੇ ਅਸੀਂ ਬੈਂਕਾਂ ਦੇ ਵਿੱਚ ਗਾਹਣੇ ਰੱਖੀਆਂ ਨੇ, ਉੱਥੇ ਪੰਜੇ ਲਾ ਕੇ ਦਿੱਤੇ ਆ। ਜਦੋਂ ਮਰਜ਼ੀ ਉਹ ਸਾਡੇ ਕਾਗਜ਼ ਉੱਥੋਂ ਚੁੱਕ ਲੈਣ। ਸਾਡੇ ਹੱਥ ਵੱਸ ਕੁਛ ਵੀ ਨਹੀਂ ਗਾ। ਸਾਡੇ ਤਾਂ ਇੱਕੋ ਸਾਡੀ ਫਸਲ ਸੀ, ਉਹ ਪੁੱਤਰਾਂ ਵਾਂਗੂ ਅਸੀਂ ਪਾਲੀ ਸੀ, ਉਹ ਵੀ ਸਾਡੇ ਤੋਂ ਖੋਈ ਜਾ ਰਹੀ ਹੈ। ਇਸ ਕਰਕੇ ਜੇ ਕਿਸਾਨ ਮਰ ਗਿਆ ਤੇ ਦੁਕਾਨਦਾਰ ਨਹੀਂ ਬਚਣਾ ਜੀ। ਬਿਲਕੁਲ, ਕਿਉਂਕਿ ਕਿਸਾਨ ਦੇ ਨਾਲ ਹੀ ਪੰਜਾਬ ਜਿਹੜਾ ਆ ਪੰਜਾਬ ਵਸਦਾ ਆ। ਸੋ ਇਹ ਬੜਾ ਜ਼ਰੂਰੀ ਹੈ, ਕਿਸਾਨੀ ਬਚਾਓ ਤੇ ਪੰਜਾਬ ਬਚਾਓ। ਜੇਕਰ ਪੰਜਾਬ ਨੂੰ ਬਚਾਉਣਾ ਤਾਂ ਕਿਸਾਨੀ ਜ਼ਰੂਰ ਸਾਨੂੰ ਬਚਾਉਣੀ ਪੈਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਵੰਤ ਸਿੰਘ, ਭਾਰਤੀ ਕਿਸਾਨ ਯੂਨੀਅਨ ਪ੍ਰੈਸ ਸਕੱਤਰ ਮਹੂ। ਅਸੀਂ ਜਿਹੜਾ ਮੋਦੀ ਨੇ ਆਰਡੀਨੈਂਸ ਪਾਸ ਕੀਤਾ ਹੈ, ਇਹ ਕਿਸਾਨਾਂ ਵਾਸਤੇ ਬਹੁਤ ਹੀ ਧੱਕਾ ਕੀਤਾ, ਕਿਉਂ? ਇਹਦੇ ਨਾਲ ਕਿਸਾਨ ਮਾਰੇ ਜਾਣਗੇ। ਇਹ ਜਿਹੜਾ ਕਾਨੂੰਨ ਹੈ ਅੱਜ ਤੋਂ ਪਹਿਲਾਂ ਅਮਰੀਕਾ 'ਚ ਪਾਸ ਹੋ ਚੁੱਕਾ ਹੈ, ਹੁਣ ਉਹ ਫੇਲ ਉੱਥੇ ਹੋ ਗਿਆ। ਜਿਹੜਾ ਕਾਨੂੰਨ ਅਮਰੀਕਾ 'ਚ ਫੇਲ ਹੋ ਚੁੱਕਾ ਹੈ, ਉਹ ਮੋਦੀ ਨੇ ਹੁਣ ਸਾਡੇ 'ਤੇ ਲਾਤਾ ਹੈ। ਕਿਉਂ? ਇਹਦੇ ਵਿੱਚ ਸਾਡਾ ਜ਼ਿਮੀਂਦਾਰਾਂ ਬਹੁਤ ਨੁਕਸਾਨ ਹੈ। ਇਹ ਕਹਿੰਦਾ ਲੈ ਵੀ ਆਮਦਨ ਦੁੱਗਣੀ। ਜੇ ਅਸੀਂ ਕਿਸਾਨ ਆਪਦਾ ਫਸਲ ਕਿਤੇ ਵੀ ਇੱਥੋਂ ਪਾਸੇ ਲਿਜਾਂਦਾ, ਜਾਂ 2 ਕਿੱਲਿਆਂ ਵਾਲਾ, 5 ਕਿੱਲਿਆਂ ਵਾਲਾ, ਕਿ ਉਹ ਕਿਸਾਨ ਨੂੰ ਪਤਾ ਲੈ ਵੀ ਮੈਨੂੰ ਉੱਥੇ 2,500 ਮਿਲ ਜੂ ਜਾਂ 2,000 ਮਿਲ ਜੂ, ਤੇ ਉੱਥੇ ਵੀ 600-700 ਮਿਲਿਆ ਤੇ ਉਹਦਾ ਦਾ ਕਿਰਾਇਆ ਵੀ ਪੂਰਾ ਨਹੀਂ ਹੋਣਾ। ਉਹ ਫਸਲ ਦਾ ਕਿਰਾਇਆ ਦੇ ਕੇ ਵਾਪਸ ਘਰ ਨੂੰ ਆ ਜਾਵੇਗਾ। ਕਿਉਂ? ਫਿਰ ਉਹ ਕਿਸਾਨ ਨੇ ਆਪਦੇ ਬੱਚੇ ਪਾਲਣੇ, ਹਸਪਤਾਲ ਬੱਚਿਆਂ ਦੇ ਕੋਈ 100 ਮਰੀਜ਼ ਦੀ ਦਵਾ ਲਿਆਉਣੀ। ਕਿਉਂ? ਇਹ ਬਹੁਤ ਕੰਮ ਨੇ ਕਿਸਾਨ ਨੂੰ, ਕਿਉਂ ਕਿਸਾਨ ਨੇ ਆਪਣੇ ਪੁੱਤ ਵਿਆਹੁਣੇ, ਉਹ ਵੀ ਵਿੱਚੇ, ਹੋਰ ਘਰ-ਬਾਰ ਬਣਾਉਣੇ। ਇਸ ਕਰਕੇ ਅਸੀਂ ਮੋਦੀ ਸਰਕਾਰ ਦਾ ਬਾਈਕਾਟ ਕਰਨੇ ਆ। ਮੋਦੀ ਦੇ ਅਸੀਂ ਪੁਤਲੇ ਸਾੜਾਂਗੇ। ਕਿੰਨਾ ਚਿਰ ਮੋਦੀ ਸਾਡਾ ਇਹ ਮਸਲਾ ਹੱਲ ਨਹੀਂ ਹੁੰਦਾ, ਕਿਉਂ ਅਸੀਂ ਇਹ ਆਰਡੀਨੈਂਸ ਕੈਂਸਲ ਕਰਾ ਕੇ ਰਹਾਂਗੇ। ਤੇ ਬਾਕੀ ਜਿਹੜੀਆਂ ਸਾਡੀਆਂ ਸਰਕਾਰਾਂ, ਬਾਕੀ ਕਿੰਨੀਆਂ ਵੀ ਪਾਰਟੀਆਂ ਨੇ, ਉਹ ਥਾਂ-ਥਾਂ ਧਰਨੇ ਲਾਉਂਦੀਆਂ ਪਈਆਂ ਨੇ, ਕਿਉਂ? ਉਹਨਾਂ ਦੇ ਪਹਿਲਾਂ ਹੀ ਹੱਥ ਵੱਢ ਕੇ ਦੇ ਆਈਆਂ ਨੇ। ਹੁਣ ਤਾਂ ਸਾਡੀਆਂ ਵੀ ਅੱਖਾਂ ਹੀ ਪੁੰਝਣ ਡੀਆਂ ਨੇ। ਇਹਨਾਂ ਨੂੰ ਵੀ ਇਹਨਾਂ ਕੰਮਾਂ ਤੋਂ ਬਾਜ਼ ਆ ਜਾਣਾ। ਬਾਕੀ ਅਸੀਂ ਭਾਰਤੀ ਕਿਸਾਨ ਯੂਨੀਅਨ ਕਿਸੇ ਵੀ ਪਾਰਟੀ ਨੂੰ, ਜੇ ਸਾਡੇ ਬਿੱਲ ਕੈਂਸਲ ਹੋਏ, ਕਿਸੇ ਨੂੰ ਵੀ ਅਸੀਂ ਪਿੰਡਾਂ 'ਚ ਵੋਟਾਂ ਹੱਥ ਨਹੀਂ ਵੜਨ ਦਿਆਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਉਂਕਿ ਇੱਕ ਬੜਾ ਵੱਡਾ ਰੋਸ ਇਸ ਵਕਤ ਭਾਰਤ 'ਚ ਦੇਖਣ ਨੂੰ ਹੈ, ਚਾਹੇ ਕੋਈ ਕਿਸੇ ਵੀ ਵਰਗ ਨਾਲ ਸੰਬੰਧਿਤ ਵਿਅਕਤੀ ਹੈ, ਚਾਹੇ ਉਹ ਦੁਕਾਨਦਾਰ ਹੈ ਜਾਂ ਕੋਈ ਵੀ ਹੈ,
ਉਹ ਅੱਜ ਇਸ ਮੋਰਚੇ ਦੀ ਪੂਰੀ ਤਰ੍ਹਾਂ ਹਮਾਇਤ ਕਰ ਰਿਹਾ ਹੈ, ਕਿਉਂਕਿ ਪਤਾ ਹੈ ਕਿ ਪੰਜਾਬ ਜਿਹੜਾ ਕਿ ਪੂਰੇ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿੰਦਾ ਸੀ, ਔਰ ਅੱਜ ਵੀ ਜੇਕਰ ਉਹਦੀ ਗੱਲ ਕਰੀ ਤਾਂ 44% ਅਨਾਜ ਜਿਹੜਾ ਆ ਭਾਰਤ ਨੂੰ ਪੈਦਾ ਕਰਕੇ ਦੇ ਰਿਹਾ ਹੈ ਕਿਸਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਮੋਦੀ ਸਰਕਾਰ ਵੱਲੋਂ ਲਿਆਂਦੇ ਜਿਹੜੇ 3 ਆਰਡੀਨੈਂਸ ਪਾਸ ਕੀਤੇ ਗਏ ਆ, ਇਹ ਕਿਸਾਨ ਵਿਰੋਧੀ ਹਨ। ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਇਹ ਕਿਸਾਨ ਵਿਰੋਧੀ ਆ, ਪਰ ਮੋਦੀ ਸਰਕਾਰ ਇਹਨੂੰ ਆਖੀ ਜਾਂਦਾ ਕਿਸਾਨ ਹਿਤੈਸ਼ੀ ਹਨ। ਜੇਕਰ ਕਿਸਾਨ ਹਿਤੈਸ਼ੀ ਹਨ ਤਾਂ ਅਸੀਂ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਇੱਕ ਹੋਰ ਆਰਡੀਨੈਂਸ ਲਿਆਵੇ, ਉਹਦੇ ਵਿੱਚ ਸਾਨੂੰ ਇਹ ਵਾਅਦਾ ਕਰੇ ਕਿ MSP ਜਿਹੜੀ ਇਹ ਲਾਗੂ ਰਹੇਗੀ, ਤੇ ਜਿਹੜਾ ਵਪਾਰੀ ਆ ਭਾਵੇਂ ਨਿੱਜੀ ਹੋਵੇ ਤੇ ਭਾਵੇਂ ਸਰਕਾਰੀ ਹੋਵੇ, ਉਹ MSP ਤੋਂ ਘੱਟ ਦਾਣੇ ਨਹੀਂ ਖਰੀਦੇਗਾ, ਘੱਟ ਰੇਟ ਤੇ ਪੈਸੇ ਨਹੀਂ ਲਾਵੇਗਾ। ਪਰ ਜੇ ਉਹ ਘੱਟ ਲਾਵੇ ਤੇ ਕਿਸਾਨ ਦੇ ਕੋਲ ਇਹ ਹੱਕ ਹੋਣਗੇ ਕਿ ਉਹਦੇ ਉੱਤੇ ਮਤਲਬ ਪਰਚਾ ਕਰਕੇ ਉਹਦਾ ਮਤਲਬ ਕਾਨੂੰਨੀ ਤੌਰ ਤੇ ਕਾਰਵਾਈ ਕਰੇ, ਤੇ ਕਾਰਵਾਈ ਕਰਕੇ ਉਸ ਘੱਟ ਖਰੀਦਣ ਵਾਲੇ ਨੂੰ ਸਜ਼ਾ ਦਿੱਤੀ ਜਾਵੇ। ਇਹੋ ਜਿਹੀ ਜਿਹੜੀਆਂ ਗੱਲਾਂ ਨੇ ਸਾਡੀਆਂ ਭਾਰਤੀ ਕਿਸਾਨ ਯੂਨੀਅਨ ਦੀਆਂ ਮੰਗਾਂ ਨੇ, ਤੇ ਜਦ ਤੱਕ ਇਹ ਅਸੀਂ ਆਰਡੀਨੈਂਸ ਜਿਹੜੇ ਇਹਦੇ ਖਤਮ ਨਹੀਂ ਕਰ ਲੈਂਦੇ, ਉਹਨਾਂ ਚਿਰ ਸਾਡਾ ਅੰਦੋਲਨ ਜਾਰੀ ਰਹੇਗਾ। ਅੰਦੋਲਨ ਦੇ ਵਿੱਚ ਅਸੀਂ ਕਿਸੇ ਤਰ੍ਹਾਂ ਦੀ ਮਤਲਬ ਕਸਰ ਨਹੀਂ ਰਹਿਣ ਦਿਆਂਗੇ। ਵੱਧ ਤੋਂ ਵੱਧ ਸਾਰੀਆਂ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਹੈਗੀਆਂ ਜਾਂ ਹਿੰਦੁਸਤਾਨ ਦੇ ਵਿੱਚ ਹੈਗੀਆਂ, ਸਾਰੀਆਂ ਆਪੋ ਆਪਣੇ ਕੰਮ ਕਰੀ ਜਾਂਦੀਆਂ ਨੇ। ਸਾਡੀ ਪਾਰਟੀ ਮਾਨ ਸਾਹਿਬ ਵੱਲੋਂ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਮੋਰਚਾ ਜਿਹੜਾ ਲਾਇਆ ਗਿਆ, ਕਿਉਂਕਿ ਦੂਜੀਆਂ ਤਾਂ ਸਾਰੀਆਂ ਪਾਰਟੀਆਂ ਉਹ ਵੀ ਨਾਲ ਲੱਗੀਆਂ ਨੇ, ਪਰ ਉਹ ਖੇਤਰੀ ਪਾਰਟੀਆਂ ਨੇ, ਪੰਜਾਬ ਦੀਆਂ ਪਾਰਟੀਆਂ ਨੇ। ਪਰ ਭਾਈ ਭੁਪਿੰਦਰ ਸਿੰਘ ਮਾਨ ਜੀ ਜਿਹੜੇ ਨੇ, ਇਹ ਸਾਰੇ ਹਿੰਦੁਸਤਾਨ ਦੇ ਮਤਲਬ ਪ੍ਰਧਾਨ ਦੇ ਕੌਮੀ ਪ੍ਰਧਾਨ ਨੇ। ਇਹਨੇ ਸਾਰਿਆਂ ਸੂਬਿਆਂ ਦੇ ਵਿੱਚ ਉਹਨਾਂ ਦੀ ਕਾਰਵਾਈ ਚੱਲ ਰਹੀ ਹੈ, ਉਹ ਸਾਰਿਆਂ ਦੀ ਨਿਗਰਾਨੀ ਰੱਖ ਰਹੇ ਆ। ਤੇ ਸਾਨੂੰ ਵੀ ਉਹਨਾਂ ਹੁਕਮ ਕੀਤਾ ਵੀ ਤੁਸੀਂ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਕੰਮ ਕਰੀ ਜਾਣਾ। ਅਸੀਂ ਕੰਮ ਕਰੀ ਜਾਂਦੇ, ਤੇ ਜਦ ਤੱਕ ਇਹ ਆਰਡੀਨੈਂਸ ਅਸੀਂ ਕੈਂਸਲ ਨਹੀਂ ਕਰਵਾ ਲੈਂਦੇ, ਉਹਨਾਂ ਚਿਰ ਤੱਕ ਅਸੀਂ ਮੋਰਚੇ ਲਾਈ ਰੱਖਾਂਗੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਵੀਰ ਜੀ ਜੁੜੇ ਹੋਏ ਨੇ, ਔਰ ਉਹਨਾਂ ਦੇ ਵੀ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਮੁੱਦਾ ਜਿਹੜਾ ਆ ਉਹ ਪੰਜਾਬ ਦੇ ਹਿੱਤਾਂ ਦੇ ਨਾਲ ਜੁੜਿਆ ਹੋਇਆ ਆ। ਤੇ ਖਾਸ ਤੌਰ ਤੇ ਜਦੋਂ ਵੀ ਪੰਜਾਬ ਦੀ ਗੱਲ ਹੁੰਦੀ ਹੈ, ਚਾਹੇ ਪਾਣੀਆਂ ਦਾ ਮੁੱਦਾ ਹੋਵੇ, ਚਾਹੇ ਕਿਸਾਨੀ ਦਾ ਮੁੱਦਾ ਹੋਵੇ, ਮਾਂ ਬੋਲੀ ਦੀ ਗੱਲ ਹੋਵੇ, ਤੇ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ, ਤਾਂ ਕਿਤੇ ਨਾ ਕਿਤੇ ਕੇਂਦਰ ਦਾ ਜਿਹੜਾ ਰਵੱਈਆ ਹੁੰਦਾ ਆ, ਉਹ ਜਿਵੇਂ ਭਾਈ ਸਾਹਿਬ ਨੇ ਪਹਿਲਾਂ ਜ਼ਿਕਰ ਕੀਤਾ ਵੀ ਮਤਰੇਈ ਮਾਂ ਵਰਗਾ ਹੁੰਦਾ ਹੈ ਜੀ। ਵੀਰ ਜੀ ਹੁਣ ਨਾਲ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਦਾ ਵਿਰੋਧ ਕਰਨ ਲਈ ਸਾਰੀਆਂ ਸੰਗਤ ਇੱਥੇ ਇਕੱਠੀ ਹੋਈ ਆ। ਅਸੀਂ ਜਿਹੜੇ ਵੀ ਇਹਨਾਂ 3 ਆਰਡੀਨੈਂਸ ਪਾਸ ਕੀਤੇ ਨੇ, ਉਹਨਾਂ ਦੀ ਅਸੀਂ ਵਿਰੋਧਤਾ ਕਰਦੇ ਹਾਂ, ਔਰ ਜੋ ਨਿੰਦਿਆ ਕਰਦੇ ਹਾਂ। ਧਰਨੇ ਲਾਵਾਂਗੇ, ਹਰੇਕ ਤਰ੍ਹਾਂ ਦੇ ਕਰਾਂਗੇ। ਜਿੰਨਾ ਚਿਰ ਕਾਲੇ ਕਾਨੂੰਨ ਬੰਦ ਨਹੀਂ ਕਰਦੇ, ਉਹਨਾਂ ਚਿਰ ਅਸੀਂ ਇਸ ਸਰਕਾਰ ਦੀ, ਮੋਦੀ ਸਰਕਾਰ ਦੀ ਵਿਰੋਧਤਾ ਕਰਾਂਗੇ। ਜਿਹੜੇ ਆਰਡੀਨੈਂਸ ਪਾਸ ਕੀਤੇ ਆ, MSC ਦਾ ਜਿਹੜਾ ਇਹਨਾਂ ਨੇ ਬਣਾਇਆ, ਉਹਦੇ 'ਚ ਕਾਨੂੰਨ ਬਣਾਉਣ, ਉਹਦੇ 'ਚ ਇੱਕ ਲੈਣ ਪਾਉਣ ਕਿ ਜਿਹੜਾ ਵੀ ਇਸ ਤੋਂ ਚੀਜ਼ ਤੋਂ ਘੱਟ ਖਰੀਦੇਗਾ ਮੁੱਲ ਰੇਟ ਤੋਂ, ਉਹਦੇ 'ਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਉਹਦੇ 'ਤੇ ਕਾਨੂੰਨ ਬਣਾਵਾਂਗੇ, ਉਹਦੇ 'ਤੇ ਕੋਈ ਕਾਰਵਾਈ ਹੋਊਗੀ, ਉਹਨੂੰ ਕੋਈ ਸਜ਼ਾ ਮਿਲੂਗੀ, ਤਾਂ ਹੀ ਕਿਸਾਨ ਦਾ ਜਿਹੜਾ ਸਹੀ ਮੁੱਲ ਆ ਉਹਨੂੰ ਮਿਲੂਗਾ। ਨਹੀਂ ਤਾਂ ਇਸੇ ਤਰ੍ਹਾਂ ਵਿਰੋਧਤਾ ਹੁੰਦੀ ਰਹੂਗੀ। ਬਿਲਕੁਲ, ਸਾਡੇ ਨਾਲ ਵੀਰ ਹਰਪਾਲ ਸਿੰਘ ਜੀ ਜੁੜੇ ਹੋਏ ਨੇ, ਉਹਨਾਂ ਨਾਲ ਵੀ ਅਸੀਂ ਜ਼ਰੂਰ 1-2 ਮਿੰਟ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਪੰਜਾਬ ਦੀ ਕਿਸਾਨੀ ਦਾ ਮੁੱਦਾ ਪੂਰੇ ਪੰਜਾਬ ਦਾ ਮੁੱਦਾ ਬਣ ਜਾਂਦਾ ਆ। ਤੇ ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਪੰਜਾਬ ਬੰਦ ਦੀ ਗੱਲ ਕੀਤੀ ਗਈ ਤਾਂ ਪੂਰੀ ਤਰ੍ਹਾਂ ਸਮਰਥਨ ਹਰ ਵਰਗ ਵੱਲੋਂ, ਚਾਹੇ ਉਹ ਧਾਰਮਿਕ ਜਾਂ ਸਮਾਜਿਕ ਸੰਸਥਾ ਹੈ, ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਅੱਜ ਆਪਣੇ ਅਦਾਰੇ ਜਿਹੜੇ ਨੇ ਉਹ ਪੂਰੀ ਤਰ੍ਹਾਂ ਬੰਦ ਕੀਤੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਹਰੇਕ ਵਰਗ ਦਾ ਸੰਬੰਧ ਇਹਦੇ ਨਾਲ ਹੈ। ਜੇ ਕਿਸਾਨ ਖੁਸ਼ਹਾਲ ਹੈ ਤੇ ਦੁਕਾਨਦਾਰ ਖੁਸ਼ਹਾਲ ਹੈ। ਹਰੇਕ ਵਰਗ ਦਾ ਸੰਬੰਧ ਕਿਤੇ ਨਾ ਕਿਤੇ ਨਾਤਾ ਕਿਸਾਨ ਦੇ ਨਾਲ ਜੁੜਦਾ ਹੈ। ਤੇ ਸੈਂਟਰ ਸਰਕਾਰ, ਜਿਵੇਂ ਵੀਰ ਜੀ ਨੇ ਪਹਿਲਾਂ ਗੱਲ ਕੀਤੀ ਵੀ ਪੰਜਾਬ ਦੇ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਵਿਵਹਾਰ ਉਹਨਾਂ ਨੇ ਕੀਤਾ ਹੈ। ਕਦੀ ਪਾਣੀਆਂ ਦੀ ਗੱਲ ਕਰੀਏ, ਕੋਈ ਵੀ ਗੱਲ ਕਰੀਏ, ਕਿਸਾਨ ਨੂੰ ਉਹ ਚਾਹੁੰਦੇ ਨੇ ਵੀ ਇਹ ਹੱਥ ਅੱਡੇ। ਕਿਸਾਨ ਖੁਦ ਖੁਸ਼ੀ ਕਰ ਲੈਂਦਾ, ਪਰ ਕਿਸੇ ਅੱਗੇ ਹੱਥ ਨਹੀਂ ਅੱਡਦਾ, ਉਹਦੀ ਫਿਦਰਤ ਹੈ। ਪਰ ਮੈਂ ਇਹ ਗੱਲ ਕਰਨੀ ਚਾਹੁੰਦਾ ਵੀ 2020 ਜਿਹੜਾ ਨਾ, ਜਦੋਂ ਵੀ ਹਿੰਦੁਸਤਾਨ ਦੀ, ਭਾਰਤ ਦੀ, ਪੰਜਾਬ ਦੀ ਹਿਸਟਰੀ ਲਿਖੀ ਜਾਏਗੀ, ਇਤਿਹਾਸ ਲਿਖਿਆ ਜਾਏਗਾ, ਉਦੋਂ ਇਹ ਲਿਖਿਆ ਜਾਏਗਾ ਵੀ ਸਾਰੇ ਲੋਕ ਹੀ ਸੜਕਾਂ 'ਤੇ ਉਤਰੇ ਸਨ, ਕਿਉਂਕਿ ਧਰਮ ਦੇ ਠੇਕੇਦਾਰਾਂ ਨੇ ਧਰਮ ਨੂੰ ਵੇਚਤਾ, ਗੁਰੂ ਗ੍ਰੰਥ ਸਾਹਿਬ ਜੀ ਸਰੂਪ ਵੇਚਤੇ, ਤੇ ਦੇਸ਼ ਦੇ ਠੇਕੇਦਾਰਾਂ ਨੇ ਦੇਸ਼ ਵੇਚਤਾ। ਕਰੋਨਾ ਦੀ ਆੜ ਦੇ ਵਿੱਚ ਉਹਨਾਂ ਨੇ ਰੇਲਵੇ ਲਾਈਨਸ ਵੇਚਤੀਆਂ, ਏਅਰਲਾਈਨਸ ਵੇਚਤੀਆਂ। ਹੁਣ ਕਿਸਾਨ ਨੂੰ ਵੇਚਣ ਲਈ ਤੁਲੇ ਸਨ, ਕਿਸਾਨ ਇਕੱਠੇ ਹੋ ਗਏ। ਇਹ ਜੇ ਇਕੱਠੇ ਹੋਣਗੇ, ਆਪੋ ਆਪਣਾ ਝੰਡਾ ਲਾ ਕੇ ਇਕੱਲਾ ਡੰਡਾ ਵਿਖਾਉਣਗੇ, ਤੇ ਫਿਰ ਇਹਨਾਂ ਨੂੰ ਸਾਫ਼ ਮਿਲਣਾ ਜੇ, ਕਿਉਂਕਿ ਉਹ ਤਾਂ ਚਾਹੁੰਦੇ ਨੇ ਵੀ ਆਪੋ ਤਾੜੇ ਪਾਟੇ ਰਹਿਣ। ਜੇ ਬਿੱਲ ਪਾਸ ਹੋਇਆ ਤੇ ਮੈਜੋਰਟੀ ਨਾਲ ਪਾਸ ਹੋਇਆ, ਉਹਨਾਂ ਦੇ ਕੋਲ ਮੈਜੋਰਟੀ ਸੀ ਤੇ ਬਿੱਲ ਪਾਸ ਹੋਇਆ। ਅੱਜ ਜਿਹੜੀਆਂ ਦੂਜੀਆਂ ਅਸਤੀਫੇ ਦੇ ਕੇ ਪਾਰਟੀਆਂ 'ਚ ਗੋਂਗਲੋਂ ਤੋਂ ਮਿੱਟੀ ਝਾੜ ਕੇ ਲੋਕਾਂ ਦੇ ਅਥਰੂ ਪੂੰਝਣ ਡਈਆਂ, ਉਹ ਇਹ ਸਿੱਧ ਕਰਨ ਡਈਆਂ ਵੀ ਅਸੀਂ ਸਮਰਥਨ ਨਹੀਂ ਦਿੱਤਾ। ਤੇ ਜਦੋਂ ਬਿੱਲ ਆਇਆ,
ਸਾਰਾ ਤੁਸੀਂ ਵਾਚਿਆ, ਸਾਰਾ ਤੁਸੀਂ ਹਮਾਇਤ ਕਰਨ ਤੋਂ ਬਾਅਦ ਜਦੋਂ ਤੁਸੀਂ ਵੇਖਿਆ ਵੀ ਲੋਕਾਂ ਦੇ ਵਿੱਚ ਵਿਦਰੋਹ ਉੱਠ ਗਿਆ ਹੈ, ਲੋਕਾਂ ਸੰਘਰਸ਼ ਵਿੱਢ ਲਿਆ ਹੈ, ਲੋਕ ਸੜਕਾਂ ਤੇ ਆ ਗਏ, ਇੱਕ ਹਵਾ ਵੇਖ ਕੇ ਤੁਸੀਂ ਲੋਕਾਂ ਦੇ ਨਾਲ ਰਲਣ ਦੀ ਕੋਸ਼ਿਸ਼ ਕੀਤੀ। ਤੇ ਆਹ ਮੋਰਚਾ ਅੱਜ ਇਹ ਸਿੱਖ ਕਿਸਾਨ ਜਥੇਬੰਦੀਆਂ ਨੇ ਕਿੰਨੇ ਚਿਰ ਪਹਿਲਾਂ ਦਿੱਤਾ ਟਾਈਮ, ਤੇ ਅੱਜ ਉਹਨਾਂ ਨੇ ਵੀ ਸੜਕ ਜਾਮ ਲਾਤੇ। ਚਾਹੀਦਾ ਤੇ ਉਹਨਾਂ ਨੂੰ ਇਹ ਸੀ ਵੀ ਕਿਸਾਨਾਂ ਦਾ ਸਾਥ ਦਿੰਦੇ, ਕਿਉਂਕਿ ਕਿਸਾਨ ਹਮੇਸ਼ਾ ਉਹਨਾਂ ਦਾ ਸਾਥ ਦਿੰਦੇ ਰਹੇ ਨੇ। ਅੱਜ ਹਰੇਕ ਵਰਗ ਦਾ ਫਰਜ਼ ਬਣਦਾ ਹੈ ਵੀ ਨੌਜਵਾਨਾਂ ਦਾ ਆਪਣਾ ਫਰਜ਼ ਹੈ, ਮਜ਼ਦੂਰਾਂ ਦਾ ਆਪਣਾ ਫਰਜ਼ ਹੈ, ਦੁਕਾਨਦਾਰਾਂ ਦਾ ਆਪਣਾ ਫਰਜ਼ ਹੈ। ਇਹ ਲੀਡਰਾਂ, ਪੋਲੀਟੀਕਲ ਲੀਡਰਾਂ ਦਾ, ਭਾਵੇਂ ਕਿਸੇ ਪਾਰਟੀ ਦਾ, ਉਹਨਾਂ ਦਾ ਫਰਜ਼ ਸੀ ਵੀ ਕਿਸਾਨ ਹਮੇਸ਼ਾ ਸਾਡਾ ਸਾਥ ਦਿੰਦੇ। ਅੱਜ ਪੰਜਾਬ ਦੀ ਗੱਲ ਹੈ, ਕਿਸਾਨੀ ਦੀ ਗੱਲ ਹੈ, ਸਾਡਾ ਫਰਜ਼ ਬਣਦਾ ਸੀ ਵੀ ਉਹਨਾਂ ਦਾ ਸਾਥ ਦਈਏ, ਪਰ ਉਹਨਾਂ ਨੇ ਵੀ ਵਿਦਰੋਹ ਕੀਤਾ। ਉਹਨਾਂ ਨੇ ਆਪੋ ਆਪਣੇ ਜਾਮ ਲਾਤੇ। ਜਿੰਨੀ ਦੇਰ ਅਸੀਂ ਇਕੱਠੇ ਨਹੀਂ ਹੁੰਦੇ, ਮਾਫ ਕਰਨਾ, ਉਨੀ ਦੇਰ ਐਕਟ ਨੂੰ ਕੋਈ ਫਰਕ ਨਹੀਂ ਜੇ ਪੈਣਾ। ਰਾਜ ਸਭਾ 'ਚੋਂ ਪਾਸ ਹੋ ਗਿਆ, ਸਾਰਿਆਂ ਪਾਸੋਂ ਪਾਸ ਹੋ ਗਿਆ, ਮੈਂਬਰ ਪਾਰਲੀਮੈਂਟ ਉਹਨਾਂ ਨੇ ਹਮਾਇਤ ਕਰਤੀ, ਤੇ ਇਹ ਰਹਿ ਕਿੱਧਰ ਗਿਆ? ਕੇਵਲ ਰਾਸ਼ਟਰਪਤੀ ਦੇ ਕੋਲ। ਉਹ ਜਿੰਨੀ ਦੇਰ ਅਸੀਂ ਇਕੱਠੇ ਨਹੀਂ ਹੁੰਦੇ, ਜੇ ਅਸੀਂ ਆਪੋ ਆਪਣੀ ਢੱਡ ਵਜਾਈ ਜਾਵਾਂਗੇ ਤੇ ਮਾਫ ਕਰਨਾ ਰਾਸ਼ਟਰਪਤੀ ਵੱਲੋਂ ਵੀ ਪਾਸ ਹੋ ਗਿਆ, ਤੇ ਫਿਰ ਇਹ ਉਹ ਹਾਲਤ ਹੋਣੀ ਹੈ ਜਿਵੇਂ ਅਸੀਂ ਮੰਡੀ 'ਚ 6 ਰੁਪਏ ਦੀ ਮਿਰਚ ਵੇਚ ਕੇ ਜਾਂਦੇ ਆ, ਦੁਕਾਨ ਤੇ ਪਹੁੰਚਦੀ ਸਾਡੇ ਘਰ ਤੱਕ ਪਹੁੰਚਣ ਤੱਕ ਉਹ 60 ਰੁਪਈਆਂ ਦੀ ਹੋ ਜਾਂਦੀ। ਹੁੰਦੀ ਕਿ ਨਹੀਂ ਹੁੰਦੀ? ਇਹਨਾਂ ਬਿਨ ਇਸੇ ਪ੍ਰਕਾਰ ਪੂੰਜੀਪਤੀ ਹੋਰ ਅਮੀਰ ਹੋਏਗਾ ਤੇ ਕਿਸਾਨ ਗਰੀਬ ਹੋਰ ਗਰੀਬ ਹੋਏਗਾ। ਬਿਲਕੁਲ ਕਿਸਾਨੀ ਦੀ ਜਿਹੜੀ ਹਾਲਾਤ ਹੈ ਉਹ ਅਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ। ਔਰ ਪੰਜਾਬ ਦੀ ਜਦੋਂ ਗੱਲ ਕਰਦੇ ਹਾਂ, ਜਦ ਕਿ ਖੇਤੀ ਨੂੰ ਇੱਕ ਬਹੁਤ ਹੀ ਉੱਤਮ ਵਪਾਰ ਦੇ ਵਜੋਂ ਮੰਨਿਆ ਜਾਂਦਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਮੋਦੀ ਨੇ ਇਹ ਕੁੱਟਣ ਨੀਤੀ ਦੇ ਨਾਲ ਜਿਹੜੇ ਇਹ 3 ਲਿਆਂਦੇ ਨੇ, ਉਧਰੋਂ ਕਰੋਨਾ ਦੇ ਵਿੱਚ ਸਾਨੂੰ ਲੋਕਾਂ ਨੂੰ ਫਾਹੇ ਲਾਤਾ, ਕੋਈ ਬਾਹਰ ਨਹੀਂ ਨਿਕਲ ਸਕਦਾ, ਤੇ ਅੰਦਰ ਬਹਿ ਕੇ ਉੱਥੇ ਜਾ ਕੇ ਤੇ ਇਹਨਾਂ ਨੇ 3 ਕਰਕੇ ਪਾਸ, ਤੇ ਕਿਸੇ ਨੂੰ ਦੱਸਿਆ ਨਹੀਂ, ਤੇ ਜਾ ਕੇ ਰਾਜਾ ਸਭਾ ਦੇ ਵਿੱਚ ਵੀ ਕਰਕੇ ਸਾਰਿਆਂ ਦੇ ਰਾਜਾ ਸਭਾ ਦੇ ਵਿੱਚ ਵੇਖੋ ਕਿੰਨਾ ਰੌਲਾ ਪਿਆ, ਕਿੰਨਿਆਂ ਉੱਥੇ ਜੁੱਤੀ ਪਈ ਏ, ਪਰ ਕੋਈ ਨਹੀਂ ਪਰਵਾਹ ਕੀਤੀ। ਸਾਰਾ ਹੀ ਕੋਈ 100 ਕੁ ਬੰਦਾ ਬੈਠਾ ਜਿਹੜਾ ਕਿ ਇਹਨਾਂ ਨੇ ਧੱਕੇ ਨਾਲ ਇਹ ਪਾਸ ਕੀਤੇ ਨੇ। ਇਸ ਕਰਕੇ ਮੋਦੀ ਨੂੰ ਪਤਾ ਚਾਹੀਦਾ ਹੈ ਕਿ ਇਹ ਜਿਹੜਾ ਕਿਸਾਨ ਹੈ ਅੰਗਰੇਜ਼ ਦੇ ਨਾਲ ਟੱਕਰ ਲਈ। ਸਰਜੀਤ ਸਿੰਘ ਜੀ ਭਗਤ ਸਿੰਘ ਦੇ ਚਾਚਾ ਨੇ ਤੋਂ ਕਿਹਾ ਸੀ, ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ। ਇਹ ਉਹ ਵੇਲਾ ਆ ਗਿਆ ਹੈ। ਇਹ ਮੱਧ ਭਲੋ ਵੀ ਅੱਜ ਅਸੀਂ ਬਹਿ ਗਏ ਇੱਥੇ ਤੇ ਛੁੱਟ ਜੂ। ਰਾਸ਼ਟਰਪਤੀ ਦਾ ਉਹਨਾਂ ਨੇ ਬਣਾਇਆ, ਉਹਦਾ ਮੋਹਰ ਹੈ, ਉਹਨੇ ਕਰ ਦੇਣਾ, ਪਰ ਇਹਦੀਆਂ ਨਾਸਾਂ 'ਚ ਧੂਮ ਲਿਆਵਾਂਗੇ ਤੇ ਫਿਰ ਇਹ ਵਾਪਸ ਹੋਣਗੇ, ਇਹ ਤੁਹਾਡੇ ਗੋਡੇ ਟੇਕੇਗਾ। ਇੰਨੀਆਂ ਬੇਨਤੀਆਂ ਨੇ। ਇੰਨੇ ਕਰਕੇ ਇਸ ਕਰਕੇ ਇਹ ਮਨ ਬਣਾ ਲਓ। ਇੱਕ ਘਰ ਦਾ ਬੱਚਾ, ਨੌਜਵਾਨ ਇਹ ਸ਼ਾਮਲ ਹੋਵੋ ਤੇ ਸਾਰਾ ਕੁਝ ਹੋ ਜਾਏਗਾ। ਆ 3-4 ਮੈਂ ਵੇਖੇ ਆੜਤੀਏ ਆਏ ਇੱਥੇ 70 ਕਿ 80 ਆੜਤੀਏ ਨੇ, ਜਿਹੜੇ ਸਾਡੇ ਜ਼ਿਮੀਂਦਾਰ ਆੜਤੀਏ ਨੇ, ਉਹਨਾਂ ਨਹੀਂ ਕੋਈ ਵੀ ਆਇਆ ਇੱਥੇ ਵੇਖ ਲਿਆ ਜੀ, ਕੋਈ ਵਿਖਾਓ ਵੀ ਕਿੱਥੇ ਖੜਾ। ਇਸ ਕਰਕੇ 2 ਆਏ ਹੋਣਗੇ, ਕਿੰਨੇ ਨੇ ਆਪਣੇ ਹਰ ਇੱਕ ਦਾ ਫਰਜ਼ ਬਣਦਾ ਹੈ। ਆੜਤੀਆਂ ਦਾ ਫਰਜ਼ ਬਣਦਾ ਹੈ, ਮਜ਼ਦੂਰਾਂ ਦਾ ਬਣਦਾ ਹੈ, ਦੁਕਾਨਦਾਰ ਦਾ ਖਾਸ ਕਰਕੇ ਬਣਦਾ ਹੈ। ਦੁਕਾਨਦਾਰ ਜੇ ਜ਼ਿਮੀਂਦਾਰ ਕੁਝ ਬਣਾਏਗਾ। ਉਹ ਇੱਕ ਬੀਬੀ ਬੋਲ ਰਹੀ ਸੀ, ਉਹ ਆਂਦੀ ਹੈ ਮੋਦੀ ਸਾਹਿਬ ਪਰੌਂਠੇ ਪਕਾ ਕੇ ਖਾਂਦੇ ਜੇ, ਉਹ ਆਟੇ ਦੇ ਬਣਦੇ ਨੇ, ਤੇ ਉਹ ਕੌਣ ਬਣਾਉਂਦਾ ਹੈ? ਉਹ ਜ਼ਿਮੀਂਦਾਰ ਬਣਾਉਂਦਾ ਹੈ। ਜੇ ਪੂੜੀਆਂ ਖਾਂਦੇ ਜੇ, ਛੋਲੇ ਖਾਂਦੇ ਜੇ, ਉਹ ਗਵਾਉਂਦਾ ਹੈ। ਇਹ ਤੁਸੀਂ ਜਾ ਕੇ ਵੇਖੋ ਕਿਤੇ ਬਾਹਰ ਜਾ ਕੇ। ਔਰ ਉਹ ਕਹਿ ਰਹੇ ਸੀ ਜਿਹੜਾ ਆਪਣਾ ਐਗਰੀਕਲਚਰ ਮਿਨਿਸਟਰ ਹੈ, ਉਹ ਵੀ ਇੱਕ ਕਿੱਲਾ ਨਹੀਂ ਉਹਦੇ ਕੋਲ ਜ਼ਮੀਨ, ਉਹਨੂੰ ਪਤਾ ਹੀ ਨਹੀਂ ਕਿ ਕੀ ਹੁੰਦਾ ਹੈ। ਅੱਧਿਆਂ ਜਿਹੜੇ ਮਿਨਿਸਟਰ ਨੇ, ਅੱਧੇ ਜਿਹੜੇ ਉੱਥੋਂ ਦੇ MP ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਣਕ ਕਿਹਨੂੰ ਲੱਗਦੀ ਹੈ, ਝੋਨਾ ਕਿਵੇਂ ਲਾਈਦਾ ਹੈ, ਛੋਲੇ ਕਿਵੇਂ ਬੀਜੀਦੇ ਨੇ। ਇਹ ਸਾਡੇ ਤੇ ਥੋਕੇ ਹੋਏ ਨੇ, ਤੇ ਥੋਕੇ ਨੇ ਅਸੀਂ ਆਪ ਅੰਨੇ ਹੋ ਕੇ ਅਸੀਂ ਇਹਨਾਂ ਦੇ ਮਗਰ ਲੱਗ ਗਏ ਹਾਂ, ਤੇ ਸਾਨੂੰ ਇਹਨਾਂ ਨੇ ਬੇੜਾ ਸਾਡਾ ਘਰ ਕਰਕੇ ਲੱਗੇ ਨੇ। ਪਰ ਤਗੜੇ ਹੋਵੋ, ਆਪਾਂ ਇਹਨੂੰ ਜਿੱਤਾਂਗੇ। ਔਰ ਕਦੇ ਖਾਲਸਾ ਹਰਿਆ ਨਹੀਂ। ਕਿਸਾਨ ਖਾਲਸਾ ਹੈ। ਜਿੰਨੀ ਇਹਦੀ ਹੈਗੀ ਆ ਤਪੱਸਿਆ, ਇਹਨਾਂ ਨੂੰ ਲੈ ਕੇ ਬਹਿ ਜਾਏਗੀ। ਤੁਸੀਂ ਵੇਖਿਆ ਜੇ 24 ਘੰਟੇ ਕਦੇ ਪਾਣੀ 'ਚ, ਕਦੇ ਵੱਟਾਂ ਦੇ, ਕਦੇ ਸਾਪਾਂ ਦੀਆਂ ਕੁਚਰੀਆਂ ਲੰਘ ਕੇ ਤੇ ਝੋਨੇ ਪਾਲਦੇ ਨੇ। ਤੇ ਅੱਜ ਵੀ ਤੁਸੀਂ ਦੇਖੋ, ਇਹ ਤੋਂ ਤੋੜਤੀ ਨਾ ਜਿਹੜਾ ਆਪਣਾ ਭਾਅ ਹੈ, ਤੁਸੀਂ ਦੇਖੋ 90 ਰੁਪਏ ਚੌਲ, ਤੁਸੀਂ ਪੁੱਛ ਕੇ ਵੇਖੋ। ਔਰ ਸਾਡੇ ਕੱਲ ਸਾਡੇ ਚਾਂਬਾਂ ਦਾ ਕੋਈ ਸਿੰਘ ਲੈ ਕੇ ਆਇਆ ਝੋਨਾ ਸਾਡੀ ਇਸ ਮੰਡੀ 'ਚ, ਇਸ ਮੰਡੀ 'ਚ ਉਹਨਾਂ ਕਿਹਾ 1100 ਵੱਧ ਨਹੀਂ ਲਾਂਗੇ, ਜਾਣਾ ਤੇ ਕਰ ਲੈ ਜਾਓ। ਉਹ ਘਰ ਮੋੜ ਕੇ ਲੈ ਗਏ। ਇਸੇ ਤਰ੍ਹਾਂ ਹੀ ਹੋਣਾ ਜੇ ਤਗੜੇ ਹੋਵੋ, ਇੱਕ ਕਰ ਲਓ।
ਤੇ ਸਾਰਾ ਕੁਝ ਹੀ ਫਤਿਹ ਹੋ ਜਾਏਗਾ। ਇੰਨੀਆਂ ਬੇਨਤੀਆਂ ਕਰਦੇ ਹੋਏ ਸਾਰਿਆਂ ਨੂੰ ਆ ਸਿਆਸੀਆਂ ਤੋਂ ਬਚਿਆ ਜੇ, ਸਿਆਸੀਆਂ ਤੋਂ ਉਹਨਾਂ ਕਹੇ ਜਿਉਂਦਾ ਸਾਡੇ ਨਾਲ ਬੈਠੋ, ਝੰਡੀ ਨਾ ਲਾਓ, ਅਸੀਂ ਝੰਡੀ ਨਹੀਂ ਲਾਉਣ ਦੇਣੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਅੱਜ ਪੰਜਾਬ ਭਰ ਦੇ ਵਿੱਚ ਜਿਹੜਾ ਹੈ ਉਹ ਧਰਨਾ ਜਿਹੜਾ ਚੱਲ ਰਿਹਾ, ਸਾਡੇ ਕੋਲ ਪਹੁੰਚ ਚੁੱਕੇ ਨੇ ਵੀਰ ਹਰਪ੍ਰੀਤ ਸਿੰਘ ਜੀ ਮੱਖੂ ਜੀ ਵੀ, ਤੇ ਉਹਨਾਂ ਦਾ ਵੀ ਨਾਲ ਗੱਲਬਾਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੌਜੂਦਾ ਸਮੇਂ ਦੇ ਸੰਦਰਭ ਦੇ ਵਿੱਚ ਜਦੋਂ ਪੂਰੇ ਪੰਜਾਬ ਭਰ ਦੇ ਵਿੱਚ ਉੱਤਮ ਖੇਤੀ ਜਿਹੜੀ ਸਭ ਤੋਂ ਉੱਤਮ ਕਿੱਤਾ ਮੰਨਿਆ ਜਾਂਦਾ ਆ, ਉਸ ਦੇ ਹਾਲਾਤਾਂ ਦੇ ਮੱਦੇਨਜ਼ਰ ਜੋ ਕੁਝ ਇਸ ਸਰਕਾਰਾਂ ਦੀਆਂ ਨੀਤੀਆਂ ਇਸ ਵਕਤ ਕੰਮ ਕਰ ਰਹੀਆਂ ਨੇ, ਪੂਰਾ ਪੰਜਾਬ ਦੇ ਵਿੱਚ ਕਿਸਾਨ ਹਰ ਵਰਗ ਦੇ ਲੋਕ ਅੱਜ ਸੜਕਾਂ ਉੱਤੇ ਆ ਚੁੱਕੇ ਹੋਏ ਨੇ, ਇਸ ਸਾਰੇ ਮਾਜਰੇ ਨੂੰ ਕਿਵੇਂ ਦੇਖਦੇ? ਪਹਿਲਾਂ ਤਾਂ ਮੈਂ ਅਕਾਲ ਚੈਨਲ ਦਾ ਧੰਨਵਾਦੀ ਹਾਂ ਕਿ ਸਾਡੇ ਛੋਟਾ ਜਿਹਾ ਕਸਬਾ ਹੈ ਜੀ ਮਖੂ, ਮੈਂ ਤੁਹਾਡੇ ਸਾਰਿਆਂ ਵੱਲੋਂ ਧੰਨਵਾਦ ਕਰਦਾ ਵਾਂ। ਇੱਕ ਮਿੰਟ ਬਾਪੂ ਜੀ, ਇੱਕ ਮਿੰਟ। ਪਹਿਲਾਂ ਤਾਂ ਮੈਂ ਸਾਰਿਆਂ ਤੁਹਾਡਾ ਧੰਨਵਾਦੀ ਹਾਂ, ਅਕਾਲ ਚੈਨਲ ਦਾ ਧੰਨਵਾਦੀ ਹਾਂ ਵੀ ਸਾਡੇ ਛੋਟੇ ਜਿਹੇ ਕਸਬੇ ਦੇ ਵਿੱਚ ਆ ਕੇ ਸਾਡੀ ਕਵਰੇਜ ਕੀਤੀ ਹੈ ਤੇ ਪੂਰੇ ਵਰਲਡ ਦੇ ਵਿੱਚ ਆਵਾਜ਼ ਪੜਾਈ ਹੈ। ਦੂਜੀ ਮੈਂ ਵੀਰੋ ਬੇਨਤੀ ਇੱਕ ਛੋਟੀ ਜਿਹੀ ਹੋਰ ਕਰਦੇ ਹਾਂ, ਕੋਈ ਛੋਟਾ ਕੰਮ ਨਹੀਂ ਹੁੰਦਾ। ਦੁਨੀਆ ਭਰ ਦੇ ਅੰਦਰ ਬੜੇ ਪਿਆਰ ਦੇ ਨਾਲ ਗੱਲ ਨੂੰ ਸੁਣਿਆ ਜੇ, ਗੱਲ ਤੁਹਾਡੀ ਬੜੀ ਸਮਝਣ ਵਾਲੀ ਹੈ। ਬੜੇ ਕਿਸਾਨ ਯੂਨੀਅਨ ਦੇ ਆਗੂ ਮੇਰੇ ਨਾਲ ਮਿਲਦੇ ਨੇ, ਇੰਟਰਵਿਊ ਵੀ ਕਰਦੇ ਨੇ, ਮੈਂ ਉਹਨਾਂ ਦੇ ਨਾਲ ਵੀ ਅਕਸਰ ਇਹ ਗੱਲ ਕਰਦਾ ਹੁੰਦਾ ਵਾਂ। ਤੁਸੀਂ ਕਦੀ ਐਸਾ ਦੇਖਿਆ ਕਿ ਦੁਨੀਆ ਦੇ ਅੰਦਰ ਕੋਈ ਵੀ ਕੰਪਨੀ ਜਦੋਂ ਆਪਣਾ ਪ੍ਰੋਡਕਟ ਤਿਆਰ ਕਰਦੀ ਹੈ ਨਾ, ਤੇ ਉਹਦੇ ਲੈਬ ਟੈਸਟ ਕਰਨ ਤੋਂ ਬਾਅਦ ਉਹਦਾ ਮੁੱਲ ਕੰਪਨੀ ਖੁਦ ਤੈਅ ਕਰਦੀ ਹੈ ਵੀ ਆਹ ਜਿਹੜਾ ਪ੍ਰੋਡਕਟ ਮੈਂ ਤਿਆਰ ਕੀਤਾ ਹੈ ਇਹਦਾ ਮੈਂ ਆਹ ਮੁੱਲ ਰੱਖਣਾ ਹੈ ਤਾਂ ਮੇਰੇ ਖਰਚੇ ਨਿਕਲਦੇ ਨੇ। ਜੇ ਕਦੀ ਵੀ ਕਿਸੇ ਕੰਪਨੀ ਨੂੰ ਪੁੱਛੋ ਵੀ ਆਹ ਜਿਹੜਾ ਮੰਨ ਲਓ ਆਪਾਂ ਕੋਈ ਸੰਦ ਲੈਣਾ ਹੈ, ਆਪਾਂ ਜਾ ਕੇ ਪੁੱਛਦੇ ਹਾਂ ਵੀ ਇਹ ਸੰਦ ਇੰਨੇ ਦਾ ਕਿਉਂ, ਉਹ ਕਹਿੰਦੇ ਬਾਈ ਇਹ ਤੇ ਮੇਰੇ ਖਰਚੇ ਬੜੇ ਆਏ ਨੇ, ਇਹਦੇ ਤੇ ਮੇਰਾ ਆਹ ਕੁਛ ਆਇਆ ਹੈ, ਇੰਨਾ ਕੁਛ ਕਰਨ ਤੋਂ ਬਾਅਦ ਸਾਰਾ ਖਰਚਾ ਪਾ ਕੇ ਮੈਂ ਇੰਨੇ ਦਾ ਵੇਚਣ ਲੱਗਾ ਵਾਂ। ਦੁਨੀਆ ਦੇ ਅੰਦਰ ਕੋਈ ਵੀ ਕੰਪਨੀ ਜਦੋਂ ਆਪਣਾ ਪ੍ਰੋਡਕਟ ਤਿਆਰ ਕਰਦੀ ਹੈ ਤੇ ਉਹਦੇ ਸਾਰਿਆਂ ਤੋਂ ਬਾਅਦ ਉਹਦਾ ਮੁੱਲ ਆਪ ਤੈਅ ਕਰਦੀ ਹੈ। ਪਰ ਗਜ਼ਬ ਦੀ ਗੱਲ ਇਹ ਆ ਵੀ ਭਾਰਤ ਦਾ ਕਿਸਾਨ ਜਿਹੜਾ ਹੈ ਇਹ ਫਸਲ ਆਪ ਤਿਆਰ ਕਰਦਾ ਹੈ, ਪਰ ਮੁੱਲ ਇਹਦਾ ਸਰਕਾਰਾਂ ਤੈਅ ਕਰਦੀਆਂ ਨੇ। ਬੋਲੋ ਵੀ ਇੱਕ ਦੂਜੇ ਨੂੰ ਪੁੱਛਦੇ ਆ ਨਾ, ਇੱਕ ਦੂਜੇ ਨੂੰ ਮੰਡੀ ਵਿੱਚ ਜਾ ਕੇ ਵੀ ਇਸ ਵਾਰੀ ਕੀ ਭਾਅ ਆਇਆ, ਉਹ ਕਹਿੰਦਾ ਇਸ ਵਾਰੀ ਫਲਾਣਾ ਭਾਅ ਆਇਆ, ਕਹਿੰਦਾ ਯਾਰ ਵਧਾਇਆ ਤੇ ਫਿਰ ਕੁਝ ਵੀ ਨਾ, ਕਰਦੇ ਆ ਨਾ ਆਪਸ ਦੇ ਵਿੱਚ ਗੱਲਾਂ। ਇੱਕ ਦੂਜੀ ਗੱਲ ਇਹ ਚੀਜ਼ ਦੇਖੋ, ਦੁਨੀਆ ਭਰ ਦੇ ਅੰਦਰ ਕਿਸੇ ਵੀ ਕੰਪਨੀ ਨੂੰ ਆਪਣੀ ਚੀਜ਼ ਵੇਚਣ ਦੇ ਲਈ ਆ ਲਾਈਨ ਤੇ ਆ ਕੇ ਬਹਿਣਾ ਨਹੀਂ ਪੈਂਦਾ। ਅੱਜ ਤੁਸੀਂ ਰੇਲਵੇ ਲਾਈਨ ਤੇ ਬੈਠੇ ਹੋ ਨਾ, ਇਹ ਜਲੰਧਰ ਫਿਰੋਜ਼ਪੁਰ ਲਾਈਨ ਹੀ ਹੈ, ਬਿਲਕੁਲ ਇਸੇ ਪ੍ਰਕਾਰ ਹੈ ਨਾ ਜੀ। ਤੇ ਅੱਜ ਆਪਾਂ ਲਾਈਨ ਤੇ ਬੈਠੇ ਹੈ ਤੇ ਰਿਸਕ ਹੈ, ਬੜਾ ਵੱਡਾ ਰਿਸਕ ਹੈ, ਧੁੱਪ ਵੀ ਹੈ। ਕਦੀ ਤੁਸੀਂ ਪਿੰਡੇ ਤੇ ਸੜਦੀਆਂ ਧੁੱਪਾਂ ਜਿਹੜੀਆਂ ਨੇ ਝੱਲਦੇ ਹੋ, ਪਿੰਡਾ ਸਾੜਦੇ ਹੋ ਤੇ ਫਸਲ ਤਿਆਰ ਕਰਦੇ ਹੋ। ਦੁਨੀਆ ਭਰ ਦੇ ਅੰਦਰ ਇੱਕ ਚੀਜ਼ ਚੇਤੇ ਰੱਖਿਆ ਜੇ, ਕਦੀ ਵੀ ਕਿਸੇ ਕੰਪਨੀ ਨੂੰ ਆਪਣਾ ਪ੍ਰੋਡਕਟ ਵੇਚਣ ਦੇ ਲਈ ਡੰਡੇ ਨਹੀਂ ਖਾਣੇ ਪੈਂਦੇ, ਸੜਕਾਂ ਨਹੀਂ ਰੋਕਣੀਆਂ ਪੈਂਦੀਆਂ, ਰੇਲ ਨਹੀਂ ਰੋਕਣੀ ਪੈਂਦੀ, ਧਰਨੇ ਮੁਜ਼ਾਹਰੇ ਨਹੀਂ ਕਰਨੇ ਪੈਂਦੇ। ਇੱਕ ਭਾਰਤ ਦਾ ਕਿਸਾਨ ਇਹੋ ਜਿਹਾ ਵੀ ਆਪਣੀ ਤਿਆਰ ਕੀਤੀ ਫਸਲ ਜਿਹੜੀ ਦਿਨ ਰਾਤ ਸਾਰਾ ਟੱਬਰ ਲਾ ਕੇ ਤਿਆਰ ਕਰਦਾ ਹੈ, ਉਹਨੂੰ ਵੇਚਣ ਦੇ ਲਈ ਇਹਨੂੰ ਸੜਕਾਂ ਤੇ ਵੀ ਆਉਣਾ ਪੈਂਦਾ ਹੈ। ਹੁਣ ਕਈ ਮੈਨੂੰ ਵੀ ਵੀਰ ਪੁੱਛਦੇ ਸਨ, ਜਿਵੇਂ ਹਰਪਾਲ ਸਿੰਘ ਮਖੂ ਜੀ ਨੇ ਬੜੀ ਸੁੰਦਰ ਗੱਲ ਕੀਤੀ ਹੈ ਵੀ ਆਪਾਂ ਜੇ ਗੱਲ ਕਰੀਏ ਤੇ ਖੇਤੀ ਪ੍ਰਧਾਨ ਸੂਬਾ ਹੈ, ਤੇ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਸਭ ਤੋਂ ਵੱਧ ਸੁਸਾਈਡ, ਸਭ ਤੋਂ ਵੱਧ ਮੌਤਾਂ, ਸਭ ਤੋਂ ਵੱਧ ਖੁਦਕਸ਼ੀਆਂ ਇੱਥੇ ਕਿਸਾਨ ਕਰੇ, ਤੇ ਅੰਦਾਜ਼ਾ ਲਾ ਕੇ ਵੇਖਿਆ ਜੀ ਕਿੰਨੀ ਦੁਖਦ ਗੱਲ ਹੈ। ਜਿੱਥੇ ਕਿਹਾ ਜਾਂਦਾ ਸੀ ਵੀ ਕਿਸਾਨ ਦੁਨੀਆ ਦਾ ਢਿੱਡ ਭਰਦਾ ਹੈ, ਹਕੀਕਤ ਇਹ ਹੈ ਅੱਜ ਵਾਲ ਇਹਦਾ ਕਰਜ਼ੇ ਦੇ ਨਾਲ ਬੱਝਾ ਹੋਇਆ ਹੈ। ਐਸੇ ਹਾਲਾਤਾਂ ਦੇ ਵਿੱਚੋਂ ਲੰਘਦਾ ਪਿਆ ਵੀ ਆਮ ਕਰਕੇ ਜੇ ਕਿਤੇ ਕੱਲਾ ਸੱਜਣ, ਤੁਸੀਂ ਪਿੰਡਾਂ ਦੇ ਰਹਿਣ ਵਾਲੇ ਹੋ, ਮੈਂ ਵੀ ਪਿੰਡਾਂ ਦਾ ਰਹਿਣ ਵਾਲਾ ਵਾਂ, ਕਿਤੇ ਘੰਟਾ ਲੇਟ ਹੋ ਜੇ ਨਾ ਤੇ ਟੱਬਰ ਨੂੰ ਚਿੰਤਾ ਪੈ ਜਾਂਦੀ। ਉਸੇ ਵੇਲੇ ਮੁੰਡੇ ਨੂੰ ਕਹਿੰਦੇ ਭੱਜ ਕੇ ਪੁੱਤ ਖੇਤ ਨੂੰ ਜਾ, ਬਾਪੂ ਦਾ ਪਤਾ ਲਿਆ। ਕਦੀ ਇਹੋ ਜਿਹੇ ਹਾਲਾਤ ਵੀ ਐਡੀ ਬੇਵਿਸ਼ਵਾਸੀ ਸਾਡੇ ਉੱਪਰ ਆ ਗਈ ਵੀ ਕਿਤੇ ਬਾਪੂ ਕਿਤੇ ਟੈਨਸ਼ਨ ਦੇ ਵਿੱਚ ਆ ਕੇ ਗਲ ਦੇ ਵਿੱਚ ਫਾਹਾ ਲੈ ਕੇ ਉੱਥੇ ਲਮਕ ਨਾ ਜਾਏ। ਐਸੇ ਹਾਲਾਤ ਬਣੇ ਨੇ ਸਾਡੇ ਇੱਥੋਂ ਦੇ। ਤੇ ਮੈਨੂੰ ਕੁਝ ਬਜ਼ੁਰਗ ਪੁੱਛਦੇ ਸਨ, ਕਹਿੰਦੇ ਭਾਈ ਕਿਉਂਕਿ ਸਾਡਾ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਕਈ ਵਾਰੀ ਪਤਾ ਹੁੰਦਾ ਹੈ, ਆਮ ਨੂੰ ਨਹੀਂ ਪਤਾ ਹੁੰਦਾ, ਕਹਿੰਦੇ ਇੱਕ ਦੇਸ਼ ਇੱਕ ਮੰਡੀ ਬੇਟਾ ਹੈ ਕੀ। ਮੈਂ ਕਿਹਾ ਜੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ, ਮੈਂ ਉਹਦੇ ਵਿੱਚੋਂ ਆਪਣੇ ਆਪ ਸਮਝ ਆਇਆ ਜੀ। 1955 ਦੇ ਵਿੱਚ ਇੱਕ ਐਕਟ ਬਣਿਆ ਕਿ ਲੋੜ ਤੋਂ ਵੱਧ ਕੇ ਕੋਈ ਵੀ ਵਪਾਰੀ ਆਪਣੇ ਕੋਲ ਸਟਾਕ ਜਮ੍ਹਾਂ ਨਹੀਂ ਕਰ ਸਕਦਾ। ਸੁਣਿਆ ਜੇ ਧਿਆਨ ਦੇ ਨਾਲ, ਕੋਈ ਵੀ ਚੀਜ਼ ਆਪਣੇ ਕੋਲ ਜਮ੍ਹਾਂ ਨਹੀਂ ਕਰ ਸਕਦਾ। ਕਾਲਾ ਬਾਜ਼ਾਰੀ ਕਦੋਂ ਹੁੰਦੀ ਹੈ, ਗੰਢਾ ਕਦੋਂ ਮਹਿੰਗਾ ਹੁੰਦਾ ਹੈ, ਚੇਤੇ ਰੱਖਿਆ ਜੇ ਜਦੋਂ ਵਪਾਰੀ ਸਟੋਰ ਕਰ ਲੈਂਦੇ ਨੇ ਤੇ ਇਹੀ ਗੰਢਾ 10 ਰੁਪਏ ਤੋਂ 100 ਰੁਪਏ ਤੇ ਚਲਾ ਜਾਂਦਾ ਹੈ। ਜੇ ਇਹੀ ਆਲੂ ਤੁਸੀਂ ਵੇਚਣ ਲੱਗਦੇ ਹੋ ਜਦੋਂ, ਤੇ ਹਕੀਕਤ ਇਹ ਆ ਕਈ ਵਾਰੀ 3-4 ਰੁਪਏ ਆਲੂ ਨਹੀਂ ਵਿਕਦਾ ਤੇ ਤੁਹਾਨੂੰ ਕਈ ਵਾਰੀ ਸੁੱਟਣੇ ਪੈਂਦੇ ਨੇ, ਤੇ ਜਿੱਥੇ ਸੁੱਟਦੇ ਉੱਥੇ ਮੁਸ਼ਕ ਆਉਂਦਾ, ਤੇ ਪਿੰਡਾਂ ਵਾਲੇ ਵੀ ਤੁਹਾਡੇ ਗਲ ਤੱਕ ਆਉਂਦੇ ਆ ਵੀ ਸਾਡੇ ਪਿੰਡ ਇੱਥੇ ਆਲੂ ਸੁੱਟ ਕੇ ਗਏ। ਪਰ ਕਮਾਲ ਦੀ ਗੱਲ ਹੈ, ਚਿਪਸ ਬਣਾਉਣ ਵਾਲੀ ਕੰਪਨੀ ਉਹੀ ਆਲੂ
ਕਈ 100 ਰੁਪਏ ਦਾ ਵੇਚ ਦਿੰਦੀ, ਅੰਦਾਜ਼ਾ ਲਾ ਕੇ ਵੇਖਿਆ ਜੇ। ਸੋ ਕਹਿਣ ਤੋਂ ਭਾਵ ਹੈ ਜੇ ਸਾਡੇ ਕੋਲ ਲਘੂ ਉਦਯੋਗ ਦੀ क्षमता ਇੱਥੇ ਦੇ ਦਿੱਤੀ ਜਾਵੇ, ਮੈਂ ਕਹਿੰਦਾ 4 ਪਿੰਡਾਂ ਨੂੰ ਇੱਕ ਛੋਟਾ ਉਦਯੋਗ ਦੇ ਦਿੱਤਾ ਜਾਵੇ ਤੇ ਸਾਡੇ ਮਸਲੇ ਤਾਂ ਵੀ ਹੱਲ ਹੁੰਦੇ ਨੇ। ਮੇਰੇ ਕਹਿਣ ਤੋਂ ਭਾਵ ਬਜ਼ੁਰਗ ਪੁੱਛਦੇ ਸੀ ਬੇਟਾ ਇਹਦਾ ਫਾਇਦਾ ਕਿਸਾਨ ਨੂੰ ਹੋਵੇਗਾ। ਮੈਂ ਕਿਹਾ ਬਾਪੂ ਕਿਸਾਨ ਨੂੰ ਨਹੀਂ ਖੋਣਾ, ਵੱਡੇ ਘਰਾਣਿਆਂ ਨੂੰ ਖੋਣਾ। ਕਹਿੰਦਾ ਜੀ ਕਿਸਾਨ ਨੂੰ ਫਾਇਦਾ ਕਿਉਂ ਨਹੀਂ ਦਿੰਦੇ, ਵੋਟ ਤੇ ਸਾਡੀ ਲੈਣੀ, ਘਰਾਣਿਆਂ ਨੂੰ ਫਾਇਦਾ ਕਿਉਂ? ਮੈਂ ਕਿਹਾ ਬਾਪੂ ਦਾ ਕਾਰਨ ਮੈਂ ਦੱਸਦਾ ਵਾਂ, ਤੋਂ ਉੱਥੋਂ ਮਿਲਣੀ ਹੈ ਕੱਲੀ ਵੋਟ। ਤੇ ਚੇਤੇ ਰੱਖਿਆ ਜੇ ਵੱਡੇ ਘਰਾਣਿਆਂ ਕੋਲੋਂ ਮਿਲਣਾ ਚੰਦਾ। ਕੀ ਮਿਲਣਾ ਹੈ? ਚੰਦਾ। ਆ ਹੁਣ ਤੁਸੀਂ ਆਮ ਕਰਕੇ ਵੇਖਿਆ ਜੇ, ਕਹਿ ਤੇ ਦਿੰਦੇ ਨੇ ਫਲਾਣੇ ਲੀਡਰ ਨੂੰ ਲੱਡੂਆਂ ਨਾਲ ਤੋਲਤਾ। ਬੋਲੋ ਬਈ, ਆਪਣੇ ਨਿਆਣੇ ਦੇ ਖਾਣ ਨੂੰ ਘਰ 'ਚ ਲੱਡੂ ਨਹੀਂ ਲੱਭਦੇ ਤੇ ਲੀਡਰਾਂ ਨੂੰ ਤੋਲਦੇ ਅਗਲੇ ਕਿ ਨਹੀਂ ਤੋਲਦੇ? ਚੁੱਪ ਚਪੀਤੇ ਚੰਦਾ ਕਿਉਂ ਦਿੰਦੇ ਨੇ? ਵੀ ਅੱਜ ਮੈਂ ਤੈਨੂੰ ਲੱਗਾ ਮੈਂ ਦੇਣ ਤੇ ਕੱਲ ਨੂੰ ਮੇਰਾ ਕੋਈ ਮਸਲਾ ਹੋਇਆ ਤੇ ਚੁੱਪ ਚਪੀਤੇ ਹੱਲ ਕਰਦੀ, ਮੈਨੂੰ ਥਾਣੇ ਨਾ ਜਾਣਾ ਪਏ। ਐਸੇ ਹਾਲਾਤ ਹੁੰਦੇ ਨੇ। ਇਹਦਾ ਸਭ ਤੋਂ ਵੱਧ ਫਾਇਦਾ ਹੋਣਾ ਘਰਾਣਿਆਂ ਨੂੰ, ਅਡਾਨੀ ਨੂੰ ਹੋਣਾ, ਅੰਬਾਨੀ ਨੂੰ ਹੋਣਾ, ਤੁਹਾਨੂੰ ਫਾਇਦਾ ਨਹੀਂ ਹੋਣਾ। 1955 ਦੇ ਉਸ ਐਕਟ ਦੇ ਵਿੱਚ ਸੋਧ ਕਰ ਦਿੱਤੀ ਗਈ। ਕੀ ਕਰ ਦਿੱਤੀ ਗਈ? ਅੱਗੇ ਸੀ ਵੀ ਲੋੜ ਤੋਂ ਵੱਧ ਕੇ ਕੋਈ ਸਟਾਕ ਜਮ੍ਹਾਂ ਨਹੀਂ ਕਰ ਸਕਦਾ, ਹੁਣ ਪਾਬੰਦੀ ਹਟਾਤੀ ਤੇ 85% ਐਸੇ ਪੰਜਾਬ ਦੇ ਕਿਸਾਨ ਨੇ ਜਿਨ੍ਹਾਂ ਦੀ ਕਿਸ਼ਮਤਾ ਬੜੀ ਘੱਟ ਹੈ ਤੇ ਜਿਹੜੇ ਆਪਣੇ ਕੋਲ ਲੰਮੇ ਸਮੇਂ ਤੱਕ ਕੋਈ ਚੀਜ਼ ਜਮ੍ਹਾਂ ਕਰਕੇ ਨਹੀਂ ਰੱਖ ਸਕਦੇ। ਤੇ ਅੰਦਾਜ਼ਾ ਲਾ ਕੇ ਵੇਖਿਆ ਜੇ ਆਪਾਂ ਜਦੋਂ ਮੰਡੀ ਜਾਂਦੇ ਆਪਾਂ ਕੀ ਕਹਿੰਦੇ ਆ, ਜਦੋਂ ਵਪਾਰੀ ਆ ਕੇ ਨਖਰਾ ਕਰਦਾ ਹੈ, ਖਿਆਲ ਕਰੇ ਜੇ ਮੈਂ ਵੀ ਮੰਡੀ ਦੇ ਵਿੱਚ ਰਿਹਾ ਬੜਾ ਲੰਮਾ ਸਮਾਂ, ਵਪਾਰੀ ਆ ਕੇ ਨਖਰਾ ਕਰਦਾ ਹੈ ਵੀ ਤੇਰੇ ਝੋਨੇ ਦਾ ਰੰਗ ਇਹੋ ਜਿਹਾ, ਤੇ ਆਪਾਂ ਹੌਲੀ ਜਿਹੇ ਕੀ ਕਹਿੰਦੇ ਆ, ਚੱਲ ਕੋਈ ਨਾ ਫਿਰ 5-7 ਪੈਸੇ ਘੱਟ ਕਰ ਲਾ, ਆਪਾਂ ਵੇਚ ਕੇ ਜਾਣਾ, ਆਪਾਂ ਲੈ ਕੇ ਤੇ ਨਹੀਂ ਜਾਣਾ। ਬੋਲੋ ਹਾਲਾਤ ਹੁੰਦੇ ਆ ਜੀ। ਤੇ ਆਪਣਾ ਤੇ ਦਰਿਆਈ ਏਰੀਆ ਪੈ ਗਿਆ। ਮੈਨੂੰ ਅਜੇ ਤੱਕ ਪਤਾ ਹੈ ਕਿ ਜਦੋਂ ਪਾਣੀ ਲੰਘ ਜਾਂਦਾ ਝੋਨੇ ਦਾ ਰੰਗ ਇਹੋ ਜਿਹਾ ਹੋ ਜਾਂਦਾ ਹੈ ਵੀ ਝੋਨੇ ਦਾ ਰੰਗ ਵੇਖ ਕੇ ਆਪਣੇ ਰੰਗ ਉੱਡੇ ਹੁੰਦੇ ਤੇ ਵਪਾਰੀ ਮੂੰਹ ਨਹੀਂ ਲਾਉਂਦਾ। ਫਿਰ ਬੰਦਾ ਪਤਾ ਕੀ ਕਹਿੰਦਾ, ਚੱਲ ਜਿਸ ਭਾਅ ਜਾਂਦਾ ਉਸ ਭਾਅ ਹੀ ਕਰ ਲਈਏ ਆਪਾਂ। ਐਸੇ ਹਾਲਾਤ ਆਪਾਂ ਨੂੰ ਵੇਖਣੇ ਪੈਂਦੇ ਨੇ। ਮੇਰੇ ਕਹਿਣ ਤੋਂ ਭਾਵ ਹੈ ਸਟਾਕ ਤੁਸੀਂ ਕਰ ਨਹੀਂ ਸਕਦੇ ਕਿਸੇ ਵੀ ਚੀਜ਼ ਦਾ, ਕਿਉਂਕਿ ਤੁਹਾਡੇ ਕੋਲ ਉਹ ਸਾਧਨ ਨਹੀਂ। ਇੱਥੇ ਆਪਣਾ ਕੋਠਾ ਨਹੀਂ ਪੈਂਦਾ, ਕੋਲਡ ਸਟੋਰ ਅਸੀਂ ਕੀ ਬਣਾ ਲਾਂਗੇ? ਬੋਲੋ ਵੀ ਸੱਚ ਹੈ ਕਿ ਨਹੀਂ ਸੱਚ? ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਕੋਠਾ ਨਹੀਂ ਪੈਂਦਾ ਤੇ ਅਸੀਂ ਕੋਲਡ ਸਟੋਰ ਕੀ ਬਣਾ ਲਵਾਂਗੇ? ਹੁਣ ਸਾਡੇ ਕੋਲ ਕੋਲਡ ਸਟੋਰ ਹੋਣਾ ਨਹੀਂ, ਸਾਡੇ ਕੋਲ ਆਲੂ ਨਹੀਂ ਜਮ੍ਹਾਂ ਹੋ ਸਕਦਾ, ਸਾਡੇ ਕੋਲ ਹੋਰ ਚੀਜ਼ਾਂ ਨਹੀਂ ਜਮ੍ਹਾਂ ਹੋ ਸਕਦੀਆਂ, ਤੇ ਕਰਨਗੇ ਕੌਣ ਸਟੋਰ ਜੀ? ਵੱਡੇ ਵੱਡੇ ਘਰਾਣੇ। ਤੋਂ ਉੱਥੋਂ ਲੈ ਕੇ 2 ਰੁਪਏ ਚੀਜ਼ ਤੇ ਆਪਣੇ ਕੋਲ ਸਟਾਕ ਰੱਖਣਗੇ, ਸਟੋਰ ਦੇ ਵਿੱਚ ਕਰਨਗੇ, ਤੇ ਫਿਰ ਕਿੰਨੇ 'ਚ ਵੇਚਣਗੇ? 150-200 ਰੁਪਏ ਆਪਾਂ ਖਰੀਦਣੀ ਹੈ। ਚੇਤੇ ਰੱਖਿਆ ਜੀ, ਜਦੋਂ ਆਪਾਂ ਆਲੂ ਵੇਚਣਾ ਹੁੰਦਾ ਹੈ, ਆਪਾਂ ਮਿਰਚ ਵੇਚਣੀ ਹੁੰਦੀ ਏ, ਤੇ ਚੇਤੇ ਰੱਖਿਆ ਜੇ ਕਿਸ ਭਾਅ ਵੇਚਦੇ ਆ, ਜਦੋਂ ਆਪਾਂ ਲੈਣਾ ਹੁੰਦਾ ਹੈ ਉਦੋਂ ਭਾਅ ਜਿਹੜੇ ਨੇ ਅਸਮਾਨੀ ਚੜੇ ਹੁੰਦੇ ਨੇ। ਸੋ ਕਹਿਣ ਤੋਂ ਭਾਵ ਹੈ ਉਸ ਐਕਟ ਦੇ ਵਿੱਚ ਸੋਧ ਕਰ ਦਿੱਤੀ ਗਈ। ਸੋਧ ਦੇ ਵਿੱਚ ਇਹ ਕਰ ਦਿੱਤਾ ਗਿਆ ਵੀ ਕੋਈ ਵੀ ਵਪਾਰੀ ਲੰਮੇ ਸਮੇਂ ਤੱਕ ਆਪਣੇ ਕੋਲੇ ਜਿੰਨੀ ਮਰਜ਼ੀ ਕੁਆਂਟੀਟੀ ਦੇ ਵਿੱਚ ਚੀਜ਼ ਰੱਖ ਸਕਦਾ ਹੈ, ਤੇ ਕੁਆਂਟੀਟੀ ਤੇ ਵੀ ਪਾਬੰਦੀ ਉਹਨਾਂ ਨੇ ਜਿਹੜੀ ਲਾਈ ਸੀ ਹਟਾਤੀ। ਲੰਮੇ ਸਮੇਂ ਦੀ ਜਿਹੜੀ ਪਾਬੰਦੀ ਸੀ ਉਹ ਵੀ ਹਟਾਤੀ। ਹੁਣ ਅਗਲੇ ਥੋਥੋਂ ਖਰੀਦਣਗੇ, ਸਟੋਰ ਉਹਨਾਂ ਦੇ ਆਪਣੇ ਨੇ, ਕਰਨਗੇ ਜਮ੍ਹਾਂ, ਤੇ ਕਾਲਾ ਬਾਜ਼ਾਰੀ ਤੇ ਆਪਣੇ ਆਪ ਹੀ ਹੋ ਗਈ। ਮੰਨ ਲਓ ਮੈਂ ਇੱਕ ਉਦਾਹਰਨ ਲੱਗਾ ਮੈਂ ਦੇਣ, ਕਾਲਾ ਬਾਜ਼ਾਰੀ ਹੈ ਕੀ ਹੈ ਸਮਝੋ ਥੋੜਾ ਜਿਹਾ। ਆਪਾਂ ਕਿਸਾਨ ਭਰਾਵਾਂ ਰੋਜ਼ ਪਿੰਡਾਂ ਦੇ ਵਿੱਚ ਵਿਚਰਦੇ ਹਾਂ, ਕਿੰਨੀ ਕੁ ਦੇਰ ਤੱਕ ਕਮਾ ਕੇ ਇੱਧਰ ਦੇਈ ਜਾਵਾਂ? ਕਾਲਾ ਬਾਜ਼ਾਰੀ ਹੁੰਦੀ ਕੀ ਹੈ? ਆਪਾਂ ਪਿੱਛੇ ਜੇ ਵੇਖਿਆ ਗੰਡਾ ਕਿੱਥੇ ਚੜ ਗਿਆ? ਗੰਡਾ 70-80-100 ਰੁਪਏ ਵਿਕਿਆ। ਬੋਲੋ ਵਿਕਿਆ? ਲੋਕ ਅੱਜ ਵੀ ਬਾਪੂ ਜੀ ਦੱਸਦੇ ਪਏ ਵੀ 50 ਰੁਪਏ ਵਿਕਿਆ। ਕਿਉਂ ਭਲਾ? ਇਸਾ ਕਾਰਨ ਕਿਉਂ ਬਣ ਗਿਆ? ਟਮਾਟਰ 70-80 ਰੁਪਏ ਪਰਸੋਂ ਮੈਂ ਲੁਧਿਆਣੇ ਤੋਂ ਪੁੱਛਿਆ, ਉੱਥੇ ਵਿਕਦਾ ਪਿਆ ਸੀ। ਕਿਉਂ ਐਸਾ ਕਾਰਨ ਬਣ ਗਿਆ? ਟਮਾਟਰ 10-15 ਰੁਪਏ ਹੈ। ਜਦੋਂ ਉਹ ਟਮਾਟਰ ਮੰਡੀ 'ਚੋਂ ਸਿੱਧਾ ਸਟੋਰ ਦੇ ਵਿੱਚ ਚਲਾ ਗਿਆ, ਸਟਾਕ ਆਪਣੇ ਕੋਲ ਰੱਖ ਲਿਆ, ਤੇ ਜਿਹਦੇ ਕੋਲ ਸਟਾਕ ਹੋ ਗਿਆ ਬਾਜ਼ਾਰ ਦੇ ਵਿੱਚ ਜਦੋਂ ਮਿਲਣਾ ਨਹੀਂ, ਜਿਹਦੇ ਕੋਲ ਪਿਆ ਉਹ ਕਹਿੰਦਾ ਬਾਈ ਟਮਾਟਰ ਤੇ ਪਿਆ ਪਰ ਭਾਅ ਮੇਰਾ ਹੋਵੇਗਾ। ਬੋਲੋ ਕੀ ਰੇਟ ਹੋ ਗਿਆ? ਸੋ ਕਿਸਾਨ ਸਾਰੇ ਪਾਸਿਓਂ ਮਰਨਾ। ਇਸ ਕਰਕੇ ਆਪਾਂ ਮੈਂ ਕਹਿੰਦਾ ਵੀ ਆਹ ਪੰਜਾਬ ਦੇ ਵਿੱਚ ਕੁਝ ਚੰਗੇ ਸੰਕੇਤ ਮਿਲੇ ਨੇ ਵੀ ਸਾਡੇ ਕਿਸਾਨ ਭਰਾ ਤੇ ਇਕੱਠੇ ਹੋਏ। ਐਤਕੀ ਨਵਾਂ ਕੀ ਹੋਇਆ ਉਹ ਮੈਂ ਦੱਸ ਦੇਣਾ ਚਾਹੁੰਦਾ ਮੈਂ। ਅੱਗੇ ਕਿਸਾਨ ਇਕੱਠੇ ਹੁੰਦੇ ਸੀ, ਇਸ ਵਾਰੀ ਤੁਹਾਡੇ ਨਾਲ ਡਾਕਟਰ ਵੀ ਆ ਗਏ। ਬੋਲੋ ਵੀ ਆਏ ਕਿ ਨਹੀਂ ਆਏ? ਇਸ ਵਾਰੀ ਤੁਹਾਡੇ ਨਾਲ ਯੂਥ ਵੀ ਆ ਗਿਆ, ਇਸ ਵਾਰੀ ਚੈਨਲ ਵੀ ਆ ਗਏ, ਇਸ ਵਾਰੀ ਪ੍ਰਚਾਰਕ ਵੀ ਆ ਗਏ, ਸਾਰਾ ਕੁਝ ਹੀ ਹੋ ਗਿਆ। ਸੋ ਕਹਿਣ ਤੋਂ ਭਾਵ ਸੰਕੇਤ ਚੰਗੇ ਜੇ ਅੜੇ ਰਹੇ ਤੇ ਮਸਲਾ ਹੱਲ ਹੋ ਜਾਵੇਗਾ। ਦੂਜਾ ਕੰਮ ਇੱਕ ਛੋਟਾ ਜਿਹਾ ਹੋਰ ਕਰਿਆ ਕਰੋ, ਤੁਸੀਂ ਨਾ ਜਦੋਂ ਝੰਡੀ ਲੈਂਦੇ ਹੋ, ਝੰਡਾ ਤੇ ਡੰਡਾ ਛੋਟਾ ਜਿਹਾ ਪਾਉਂਦੇ ਹੋ, ਬੋਲੋ ਹਨਾ, ਡੰਡਾ ਮੋਟਾ ਰੱਖਿਆ ਕਰੋ। ਕਈ ਵਾਰੀ ਝੰਡੇ ਦੀ ਥਾਂ ਡੰਡਾ ਕੰਮ ਆਉਂਦਾ ਹੁੰਦਾ ਜੇ, ਸੱਚ ਹੈ ਨਾ? ਡੰਡਾ ਨਾਲ ਮੋਟਾ ਰੱਖਣਾ ਪੈਂਦਾ ਹੈ, ਤੇ ਨਾਲੇ ਚੇਤੇ ਰੱਖਿਆ ਜੇ ਜਿਹਦਾ ਡੰਡਾ ਤਗੜਾ ਹੁੰਦਾ ਹੈ ਨਾ, ਝੰਡਾ ਉਸੇ ਦਾ ਹੀ ਲੱਗਦਾ ਹੁੰਦਾ, ਜਿਹਦਾ ਡੰਡਾ ਕਾਇਮ ਨਹੀਂ ਹੁੰਦਾ ਉਹਦਾ ਝੰਡਾ ਵੀ ਨਹੀਂ ਕਦੀ ਲੱਗਦਾ ਹੁੰਦਾ। ਇਸ ਕਰਕੇ ਦੂਜੇ ਨੰਬਰ ਦੇ ਉੱਪਰ ਜਿਨ੍ਹਾਂ ਨੇ ਇਹ ਬਿੱਲ ਪਾਸ ਕੀਤੇ ਨੇ, ਜਦੋਂ ਟੱਕਰ ਜਾਣ ਤੇ ਉਹਨਾਂ ਦਾ ਵਿਰੋਧ ਕਰਨਾ ਤੁਹਾਡਾ ਇਖਲਾਕੀ ਫਰਜ਼ ਬਣਦਾ ਹੈ।
ਦੂਜੀ ਗੱਲ, ਸਾਡਾ ਕਿਸਾਨ ਪੰਜਾਬ ਦਾ ਭੋਲਾ ਬੜਾ ਹੈ ਜੀ। ਸੱਚ ਹੈ ਜੀ, ਭੋਲਾ ਬੜਾ ਹੈ। ਮੈਂ ਛੋਟੀ ਜਿਹੀ ਇੱਕ ਉਦਾਹਰਨ ਦੇਣਾ ਵਾ। ਹੁਣ ਇਹਨਾਂ ਦਿਨਾਂ ਦੇ ਵਿੱਚ ਦੇਖੋ, ਮੈਂ ਤੇ ਕੁਝ ਗੱਲਾਂ ਕਹਿਣੀਆਂ ਜੇ ਕਿਸੇ ਨੂੰ ਚੰਗੀ ਲੱਗੇ ਰੱਖ ਲਿਆ ਜੇ, ਪਰ ਕਿਸਾਨ ਦੇ ਹੱਕ ਦੇ ਵਿੱਚ ਹੈ ਜੇ ਕਿਸਾਨ ਸਮਝੇ। ਤੇ ਇਸ ਵੇਲੇ ਜਦੋਂ ਤੁਹਾਡੀ ਫਸਲ ਪੱਕਦੀ ਹੈ ਤੇ ਕੀ ਕਹਿੰਦੇ ਨੇ, ਬੰਤਾ ਸਿਆਂ 4 ਬੋਰੀਆਂ ਸਾਡੀਆਂ ਗੁਰੂ ਘਰ ਨੂੰ, ਬੋਲੋ ਬਈ। ਕੋਈ ਕਹਿੰਦਾ 3 ਬੋਰੀਆਂ ਸਾਡੀਆਂ। ਤੇ ਇਹ ਵੀ ਚੇਤੇ ਰੱਖਿਆ ਜੇ, ਬਾਬਿਆਂ ਦੀ ਬੋਰੀ ਆੜਤੀਏ ਦੀ ਬੋਰੀ ਨਾਲੋਂ ਚੱਪਾ ਵੱਡੀ ਹੁੰਦੀ ਹੈ। ਸੱਚ ਹੈ, ਹੁੰਦੀ ਹੈ ਨਾ ਵੱਡੀ। ਪਤਾ ਨਹੀਂ ਕਿੱਥੇ ਬਾਰਦਾਨਾ ਬਣਦਾ, ਮੈਨੂੰ ਨਹੀਂ ਪਤਾ ਕਿੱਥੇ ਬਾਰਦਾਨਾ ਬਣਦਾ, ਪਰ ਉਹ ਬੋਰੀ ਵੱਡੀ ਹੁੰਦੀ ਹੈ। ਇਹਨਾਂ ਦਿਨਾਂ ਦੇ ਵਿੱਚ ਮੇਰਾ ਮੰਨਣਾ ਇਹ ਹੈ ਵੀ ਬਾਬੇ ਵੀ ਵਿੱਚ ਆ ਕੇ ਬਹਿੰਦੇ, ਬਾਬਿਆਂ ਦਾ ਫਰਜ਼ ਬਣਦਾ ਸੀ। ਹਾਂ ਬਿਲਕੁਲ ਬਿਲਕੁਲ, ਬਾਪੂ ਜੀ ਨੇ ਵੀ ਗੱਲ ਕਿ ਬਾਬਿਆਂ ਦਾ ਫਰਜ਼ ਬਣਦਾ ਸੀ ਤੁਹਾਡੇ ਵਿੱਚ ਆ ਕੇ ਬਹਿਣ ਦਾ, ਵੀ ਭਾਈ ਜੇ ਤੁਹਾਡੇ ਤੇ ਮੁਸੀਬਤ ਬਣਦੀ ਹੈ ਤੇ ਅਸੀਂ ਵੀ ਤੁਹਾਡੇ ਨਾਲ ਖੜਾਂਗੇ। ਜੇ ਤੁਹਾਡੀ ਫਸਲ ਹੁੰਦੀ ਹੈ ਤੇ ਜੇ ਅਸੀਂ 4 ਬੋਰੀਆਂ 5 ਬੋਰੀਆਂ, ਕਈ ਤਾਂ ਮੈਂ ਇਹੋ ਜਿਹੇ ਵੇਖਿਆ ਕਿੱਲੇ ਨੂੰ ਬੋਰੀ ਲਾ ਕੇ ਜਾਂਦੇ ਆ, ਕਿੱਲੇ ਨੂੰ ਬੋਰੀ, ਤੇਰੇ 7 ਕਿੱਲੇ ਆ, 7 ਬੋਰੀਆਂ ਬਾਬਿਆਂ ਦੀਆਂ। ਤੇ ਜਦੋਂ ਆਹ ਮੁਸੀਬਤ ਪੈਂਦੀ ਡਾਂਗ ਬਰੀ, ਉਦੋਂ ਕੋਈ ਲੱਭਦਾ ਨਹੀਂ ਸਾਨੂੰ। ਬੋਲੋ ਬਈ। ਮੈਂ ਕਹਿੰਦਾ ਇਹਨਾਂ ਦਿਨਾਂ ਦੇ ਵਿੱਚ ਲੰਗਰ ਹੀ ਲੈ ਕੇ ਸਾਡੇ ਵਾਸਤੇ ਆ ਜਾਣ, ਇੰਨਾ ਹੀ ਸੋਚਾਂਗੇ ਵੀ ਬੜਾ ਵਧੀਆ ਹੋ ਗਿਆ। ਜਿਹੜੇ ਆਏ ਨੇ ਉਹਨਾਂ ਦਾ ਧੰਨਵਾਦ, ਪਰ ਜਿਹੜੇ ਨਹੀਂ ਆਏ ਇਹ ਗੱਲ ਉਹਨਾਂ ਦੇ ਉੱਪਰ ਲਾਗੂ ਹੁੰਦੀ ਵੀ ਭਾਈ ਕਿਉਂ ਨਹੀਂ ਆਏ। ਸੋ ਇਹ ਵਕਤ ਹੈ, ਕਿਸਾਨ ਹੈ ਭੋਲਾ, ਭੋਲੇਪਣ ਦੇ ਵਿੱਚ ਇਹ ਮਾਰ ਖਾ ਜਾਂਦਾ ਹੈ। ਹੁਣ ਮੰਨ ਲਓ, ਇਹ ਤੇ ਮੈਂ ਤੁਹਾਨੂੰ ਇੱਕ ਉਦਾਹਰਨ ਦਿੱਤੀ, ਇਹ ਤੇ ਸਾਡੇ ਅਕਾਲੀ ਵੀਰ ਵੀ ਹੋਣਗੇ, ਗੁੱਸਾ ਨਾ ਕਰਿਆ ਜੇ ਭਾਈ, ਕਿਸੇ ਪਾਰਟੀ ਨਾਲ ਜੁੜ ਕੇ ਨਹੀਂ, ਇਹ ਮੁੱਦੇ ਨਾਲ ਜੁੜ ਕੇ ਗੱਲ ਸੁਣੋਗੇ ਫਿਰ ਲੱਗੂਗੀ ਚੰਗੀ। ਤੇ ਜੇ ਇਸ ਸਮੇਂ ਦੇ ਉੱਪਰ ਵੀ ਆਪਾਂ ਧੜਿਆਂ ਨਾਲ ਜੁੜ ਕੇ ਵੇਖਾਂਗੇ ਫਿਰ ਗੱਲ ਲੱਗਣੀ ਬੜੀ ਬੁਰੀ। ਮੈਂ ਕਹਿੰਦਾ 10-15 ਦਿਨ ਦੇ ਪਹਿਲਾਂ ਦੇ ਬਿਆਨ ਵੇਖ ਲਓ ਬੀਬੀ ਹਰਸਿਮਰਤ ਦੇ, ਉਦੋਂ ਫਾਇਦੇ ਗਿਣਾ ਰਹੇ ਸੀ ਤੇ ਹੁਣ ਵੇਖਿਆ ਵੀ ਸਾਰਾ ਮਾਹੌਲ ਇੱਕ ਪਾਸੇ ਹੋ ਗਿਆ। ਤੇ ਫਿਰ ਕੀ ਕਹਿੰਦੇ ਨੇ, ਕਹਿੰਦੇ ਨਾ ਜੀ ਕਿਸਾਨਾਂ ਦੀ ਖਾਤਰ ਕੁਰਬਾਨੀ ਕਰਤੀ। ਬੋਲੋ ਬਈ, ਕੁਰਬਾਨੀ ਨਹੀਂ ਕਰਤੀ, ਸਮਝਦੇ ਅਸੀਂ ਵੀ ਆ। ਬੋਲੋ ਬਈ, ਸਮਝਦੇ ਅਸੀਂ ਵੀ ਆ। ਕੁਰਬਾਨੀ ਕੋਈ ਨਹੀਂ ਹੋਈ, ਕੁਰਬਾਨੀ ਹੁੰਦੀ ਪਹਿਲੀਆਂ ਦੇ ਵਿੱਚ ਹੀ, ਉੱਥੇ ਠੋਕ ਵਜਾ ਕੇ ਕੁਰਬਾਨੀ ਦੇ ਕੇ ਆਏ ਹੁੰਦੇ। ਤੇ ਸਾਡੇ ਪੰਜਾਬ ਦੇ ਕਿਸਾਨ ਮੈਨੂੰ ਲੱਗਦਾ ਵੀ ਸ਼ੰਭੂ ਬਾਰਡਰ ਤੇ ਹਾਰ ਪਾਉਣ ਜਾਣਾ ਸੀ, ਪਰ ਅਗਲਿਆਂ ਨੇ ਕੀ ਕਿਹਾ, ਕਹਿੰਦੇ ਬਿੱਲ ਤੇ ਠੀਕ ਹੈ। ਵੇਖੋ ਬਿਆਨ ਵਾਲੇ ਪਾਸੇ ਧਿਆਨ ਦਿਆ ਜੇ, ਬਿੱਲ ਤੇ ਠੀਕ ਹੈ, ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਪਰ ਜੇ ਕਿਸਾਨ ਭਰਾ ਨਾਰਾਜ਼ ਨੇ ਤੇ ਫਿਰ ਮੈਂ ਕਿਸਾਨਾਂ ਦੇ ਨਾਲ ਹਾਂ। ਹੱਦ ਹੋ ਗਈ। ਇਹ ਦੋ ਕੰਮ ਜਿਹੜੇ, ਇਹ ਕੀ ਹੋ ਗਿਆ ਵੀ ਹੈ ਉਹ ਠੀਕ ਹੈ, ਬਟ ਕਿਸਾਨ ਭਰਾ ਨਾਰਾਜ਼ ਨੇ, ਮੈਂ ਕਿਸਾਨਾਂ ਦੇ ਨਾਲ ਹਾਂ। ਸੋ ਇਹ ਚੀਜ਼ ਹੁਣ ਮੈਂ ਤੁਹਾਨੂੰ ਆ ਕੇ ਕਹਾਂ ਵੀ ਬਿੱਲ ਤੇ ਬਹੁਤ ਵਧੀਆ, ਹੁਣ ਮੈਂ ਤੁਹਾਨੂੰ ਆ ਕੇ ਕਹਾਂ ਬਿੱਲ ਬੜਾ ਵਧੀਆ ਜੇ, ਪਰ ਤੁਹਾਡੇ ਪੱਲੇ ਨਹੀਂ ਪਿਆ, ਤੁਸੀਂ ਨਾਰਾਜ਼ ਹੋ। ਚੱਲ ਮੈਂ ਵੀ ਮਖੂ ਦਾ ਤੁਹਾਡੇ ਨਾਲ ਆ ਕੇ ਖੜ ਗਿਆ ਤੇ ਕੀ ਕਹੋਗੇ ਮੈਨੂੰ, ਕਹੋਗੇ ਨਾ ਵੀ ਬਾਈ ਤੂੰ ਮੂੰਹ ਰੱਖਣ ਆਇਆ। ਸੋ ਇਹ ਚੀਜ਼ਾਂ ਸੁਚੇਤ ਹੋਣਾ ਪੈਣਾ ਆਪਾਂ ਨੂੰ, ਕਿਸਾਨ ਭਰਾ ਥੋੜਾ ਆਪ ਸਮਝੇ। ਸਵਾਮੀਨਾਥਨ ਰਿਪੋਰਟ ਦਾ ਆਪਾਂ ਲੰਮੇ ਸਮੇਂ ਤੋਂ ਸਮਰਥਨ ਕਰਦੇ ਆ ਰਹੇ ਹਾਂ ਵੀ ਲਾਗੂ ਕਰ ਦਿਓ। ਸਵਾਮੀਨਾਥਨ ਰਿਪੋਰਟ ਦੇ ਉੱਪਰ ਮੈਂ ਕਹਿੰਦਾ ਵੀ ਪਿਛਲੇ ਸਮੇਂ ਤੋਂ ਸਰਕਾਰਾਂ ਕਿਸਾਨ ਭਰਾਵਾਂ ਨੂੰ, ਕਿਸਾਨ ਯੂਨੀਅਨ ਦੇ ਪ੍ਰਧਾਨਾਂ ਨੂੰ ਇਹ ਗੱਲਾਂ ਕਹਿੰਦੀਆਂ ਆਈਆਂ ਨੇ ਵੀ ਜਦੋਂ ਸਾਡੀ ਸਰਕਾਰ ਆ ਗਈ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿਆਂਗੇ। ਤੇ ਚੇਤੇ ਰੱਖਿਆ ਜੇ ਹੁਣ ਸਵਾਮੀਨਾਥਨ ਰਿਪੋਰਟ ਮਿਲੀ ਹੈ, ਕੀ ਮਿਲ ਗਿਆ, ਕਰੋਨਾ ਦੀ ਆੜ ਦੇ ਅੰਦਰ ਉਹ ਤੋਹਫਾ ਦੇਤਾ ਜਿਹਦੀ ਆਸ ਤੁਸੀਂ ਤੇ ਮੈਂ ਲਾਈ ਨਹੀਂ ਸੀ। ਇੱਥੇ ਤੇ ਬਈ ਹਾਲਾਤ ਐਸੇ ਬਣ ਗਏ, ਮੈਨੂੰ ਨਹੀਂ ਪਤਾ ਕਰੋਨਾ ਫੇਕ ਹੈ ਕਰੋਨਾ ਸਹੀ ਹੈ, ਮੈਂ ਕਿੰਤੂ ਨਹੀਂ ਕਰਦਾ, ਕਿਉਂਕਿ ਮੇਰੇ ਲਫ਼ਜ਼ ਦੇ ਉੱਪਰ ਸਰਕਾਰਾਂ ਦੀ ਬੜੀ ਵੱਡੀ ਨਜ਼ਰ ਹੈ। ਉਹ ਤੇ ਕਹਿੰਦੇ ਵੀ ਕੋਈ ਇਹੋ ਜੀ ਗੱਲ ਕਰੇ ਤੇ ਇਹਨੂੰ ਟੰਗੀਏ ਤੇ ਚਿੱਥ ਕੇ ਅੰਦਰ ਲੰਘਾਈਏ। ਪਰ ਚੇਤੇ ਰੱਖਿਆ ਜੇ 1-2 ਦਿਨ ਆਪਣਾ ਕਿਤੇ ਭਾਰਤ ਬੰਦ ਹੋ ਜਾਂਦਾ ਸੀ ਨਾ, ਤੇ ਵਪਾਰੀ ਸੜਕਾਂ ਤੇ ਆ ਕੇ ਕਹਿੰਦਾ ਸੀ ਇੰਨੇ ਕਰੋੜ ਦਾ ਸਾਨੂੰ ਘਾਟਾ ਪੈ ਗਿਆ। ਤੇ ਅੰਦਾਜ਼ਾ ਲਾਇਆ ਜੇ 3-4 ਮਹੀਨੇ ਬੰਦ ਰਿਹਾ, 6 ਮਹੀਨੇ ਕਰੀਬ ਹੋ ਗਏ, ਨੁਕਸਾਨ ਤੇ ਬੜੇ ਵੱਡੇ ਹੋਏ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਤੇ ਸੈਮੀਨਾਰ ਹੋਣੇ ਨੇ, ਇਸ ਚੀਜ਼ ਦੇ ਉੱਪਰ ਵੱਡੇ ਪ੍ਰੋਗਰਾਮ ਹੋਣੇ ਨੇ, ਇਸ ਚੀਜ਼ ਦੇ ਉੱਪਰ ਖੋਜਾਂ ਹੋਣੀਆਂ ਨੇ, ਇਹਦੇ ਉੱਪਰ ਫਿਲਮਾਂ ਤਿਆਰ ਹੋਣੀਆਂ ਨੇ। ਫਿਰ ਪਤਾ ਲੱਗੇਗਾ ਵੀ ਸੱਚਾਈ ਕੀ ਸੀ। ਤੇ ਉਹਨਾਂ ਦੇ ਵਿੱਚ ਇਹ ਵੀ ਗੱਲ ਨਿਕਲ ਕੇ ਆਏਗੀ ਕਿ ਕਰੋਨਾ ਦੀ ਆੜ ਦੇ ਵਿੱਚ ਲੋਕਾਂ ਨੂੰ ਕਹਿੰਦੇ ਸੀ ਘਰੋਂ ਨਾ ਨਿਕਲੋ, ਤੇ ਆਪ ਅੰਦਰ ਖਾਤੇ ਕਿਸਾਨਾਂ ਦੇ ਹੱਥ ਪੈਰ ਵੱਢ ਕੇ ਰੱਖ ਦਿੱਤੇ। ਸੋ ਇਹ ਚੀਜ਼ਾਂ ਜੇ ਆਪਾਂ ਭੋਲੇਪਨ ਦੇ ਵਿੱਚ ਆ ਜਾਂਦੇ ਆ, ਥੋੜਾ ਇੰਨਾ ਕੁ ਕੰਮ ਕਰ ਦਿਓ ਨਾ, ਜਿਹੜਾ ਤੁਹਾਡੇ ਇਲਾਕੇ ਦਾ MP ਜਾਂ MLA, ਬੋਲੋ ਵੀ ਕਿੰਨਾ ਕਰ ਦਿਓ। ਜੇ ਤੁਸੀਂ ਕਹੋ ਮੋਦੀ ਦੀ ਗੱਡੀ ਘੇਰਨੀ, ਉਹ ਨਹੀਂ ਘੇਰੀ ਜਾਣੀ ਤੁਹਾਥੋਂ ਮੈਥੋਂ, ਇੰਨਾ ਕੰਮ ਤਾਂ ਕਰ ਸਕਦੇ ਆ ਨਾ। ਬਸ ਇਲਾਕੇ ਦਾ ਜਿਹੜਾ MP ਤੇ MLA, ਉਹਦੀ ਚੂੜੀ ਥੋੜੀ ਕੱਸ ਕੇ ਰੱਖਿਆ ਕਰੋ। ਹਾਂ, ਤੁਹਾਡਾ ਮਸਲਾ ਹੱਲ ਹੋ ਜਾਣਾ। ਉਹਨੂੰ ਕਹੋ ਵੀ ਜਿਹੜਾ ਕਰੇਗਾ ਕਿਸਾਨੀ ਦੀ ਗੱਲ ਬਾਈ ਨਾਲ ਆ, ਪਾਰਟੀ ਕੋਈ ਵੀ ਹੋਵੇ, ਪਰ ਜਿਹੜਾ ਸਾਡਾ ਸਮਰਥਨ ਨਹੀਂ ਕਰੇਗਾ ਤੇ ਚੇਤੇ ਰੱਖਿਆ ਜੇ ਸਾਡੇ ਪਿੰਡਾਂ ਦੇ ਵਿੱਚ ਨਾ ਬੜੇ। ਤੇ ਜਿਨ੍ਹਾਂ ਨੇ ਇਸ ਬਿੱਲ ਦਾ ਸਮਰਥਨ ਕੀਤਾ ਉਹਨਾਂ ਨੂੰ ਥੋੜਾ ਬਹੁਤਾ ਸਨਮਾਨ ਦੇ ਛੱਡਿਆ ਕਰੋ। ਇਹਨਾਂ ਤੇ ਬਣਦਾ ਹੈ ਨਾ ਤੁਹਾਡਾ ਵੀ।
ਹਾਂ ਉਹ ਸਨਮਾਨ ਦੇ ਛੱਡਿਆ ਕਰੋ ਤਾਂ ਕਿ ਉਹ ਸੁਚੇਤ ਰਹਿਣ ਵੀ ਇਹ ਜਾਗਦੇ ਨੇ। ਉਹਨਾਂ ਨੂੰ ਹੁਣ ਪਤਾ ਕੀ ਲੱਗਦਾ ਹੈ, ਉਹਨਾਂ ਨੂੰ ਵੀ ਸਾਡੀ ਕਿਹੜੀ ਕੋਠੀ ਘੇਰਨੀ ਹੈ, ਸੜਕ ਘੇਰ ਲੈਣਗੇ। ਨਹੀਂ, ਨਿਕਲਣਾ ਬੰਦ ਕਰ ਦਿਆਂਗੇ। ਇਹ ਵੀ ਚੀਜ਼ ਨਾਲ ਨਾਲ ਸੁਚੇਤ ਕਰਦੇ ਰਿਹਾ ਕਰੋ। ਖੈਰ ਆਪਾਂ ਸ਼ਾਮ ਤੱਕ ਇੱਥੇ ਹੀ ਹਾਂ, ਵਿੱਚ ਵਿੱਚ ਆਪਾਂ ਵਿਚਾਰ ਲੈਂਦੇ ਵੀ ਰਵਾਂਗੇ ਤੇ ਵਿਚਾਰ ਦਿੰਦੇ ਵੀ ਰਵਾਂਗੇ। ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ, ਜਿਹੜੇ ਮੇਰੇ ਵੀਰ ਕੜਕ ਦੀ ਧੁੱਪ ਦੇ ਵਿੱਚ ਸੜਕ ਤੇ ਆਇਓ। ਇੱਕ ਛੋਟੀ ਜੀ ਗੱਲ ਨਾ, ਮੈਂ ਗੁਰਮਤ ਮਾਰਤੰਡ ਦੇ ਵਿੱਚ ਪੜ੍ਹਦਾ ਸਾਂ, ਪ੍ਰਚਾਰਕ ਵੀ ਹਾਂ ਪੱਤਰਕਾਰ ਵੀ ਹਾਂ। ਗੁਰਮਤ ਮਾਰਤੰਡ ਦੇ ਵਿੱਚ ਪੜ੍ਹਦਾ ਸਾਂ ਬਜ਼ੁਰਗੋ, ਤੁਹਾਡੀ ਬੜੀ ਸੁਣਨ ਵਾਲੀ ਹੈ। ਉਹਦੇ ਵਿੱਚ ਕਾਹਨ ਸਿੰਘ ਨਾਭਾ ਨੇ ਬੜੀ ਕਮਾਲ ਗੱਲ ਲਿਖੀ। ਕਾਹਨ ਸਿੰਘ ਨਾਭਾ ਲਿਖਦਾ ਹੈ, ਕਹਿੰਦਾ ਵੀ ਜੇ ਮੈਂ ਕਹਾਂ ਵੀ ਫਲਾਣਾ ਬਾਬਾ ਬੜਾ ਤਪੱਸਿਆ ਵਾਲਾ ਹੈ, ਕਹਿੰਦਾ ਵੀ ਉਹ ਕਿਉਂ ਤਪੱਸਿਆ? ਕਹਿੰਦੇ ਜੀ ਉਹ ਬਾਬਾ ਐਡੀ ਤਪੱਸਿਆ ਧੂਣਾ ਲਾ ਕੇ ਧੁੱਪ ਦੇ ਵਿੱਚ ਬਹਿ ਜਾਂਦਾ, ਧੂਣਾ ਲਾ ਕੇ ਧੁੱਪ ਦੇ ਵਿੱਚ ਬਹਿ ਜਾਂਦਾ। ਕਹਿੰਦਾ ਵੀ ਇਹਦਾ ਮੈਨੂੰ ਕੀ ਫਾਇਦਾ ਹੋਇਆ, ਧੂਣਾ ਬਾਬੇ ਨੇ ਲਾਇਆ। ਤੇ ਪੁੱਛਿਆ ਫਿਰ ਤੂੰ ਕਿਸ ਨੂੰ ਸੰਤ ਮੰਨਦਾ? ਕਹਿੰਦਾ ਜਿਹੜਾ ਧੂਣਾ ਲਾ ਕੇ ਆਪਣਾ ਚੰਮ ਸਾੜੇ ਉਹ ਸੰਤ ਨਹੀਂ, ਪਰ ਜਿਹੜਾ ਖੇਤਾਂ ਦੇ ਵਿੱਚ ਜੇਠ ਖਾੜ ਦੀਆਂ ਧੁੱਪਾਂ ਦੇ ਵਿੱਚ ਆਪਣਾ ਚੰਮ ਸਾੜੇ ਤੇ ਅੰਨ ਪੈਦਾ ਕਰੇ, ਆਪਣੇ ਵੀ ਬੱਚਿਆਂ ਦੇ ਮੂੰਹ 'ਚ ਪਾਵੇ ਤੇ ਲੋਕਾਂ ਦੇ ਬੱਚਿਆਂ ਦੇ ਵੀ ਮੂੰਹ 'ਚ ਪਾਵੇ, ਉਹ ਸੰਤ ਹੈ ਅਸਲ ਦੇ ਅੰਦਰ। ਇਹ ਕਾਹਨ ਸਿੰਘ ਨਾਭਾ ਨੇ ਬੜੀ ਕਮਾਲ ਵਿਆਖਿਆ ਕੀਤੀ। ਅਗਲੀ ਗੱਲ ਉਹ ਕੀ ਕਹਿੰਦਾ? ਕਹਿੰਦਾ ਸਾਡੇ ਲੋਕੀ ਕਹਿੰਦੇ ਫਲਾਣੇ ਬਾਬਾ ਜੀ ਬੜੇ ਮੰਨੇ ਹੋਏ ਆ। ਕਹਿੰਦਾ ਕੀ ਹੋ ਗਿਆ? ਕਹਿੰਦਾ ਸਿਆਲ ਦੇ ਦਿਨਾਂ ਦੇ ਅੰਦਰ ਇੱਕ ਲੱਤ ਦੇ ਭਾਰ ਪਾਣੀ ਦੇ ਵਿੱਚ ਖਲੋ ਜਾਂਦੇ ਆ। ਕਹਿੰਦਾ ਵੀ ਅੱਛਾ ਇੱਕ ਲੱਤ ਦੇ ਭਾਰ ਪਾਣੀ ਦੇ ਵਿੱਚ ਖਲੋ ਜਾਂਦੇ ਆ? ਕਹਿੰਦਾ ਹਾਂ। ਕਹਿੰਦਾ ਫਿਰ ਮੈਨੂੰ ਕੀ ਫਾਇਦਾ ਹੋਇਆ, ਖਲੋਤਾ ਤੇ ਬਾਬਾ ਹੈ ਨਾ, ਕਿਉਂ ਖਲੋਤਾ ਇਹ ਉਹ ਜਾਣੇ। ਪਰ ਕਹਿੰਦਾ ਮੈਂ ਧੰਨਵਾਦੀ ਉਹਨਾਂ ਦਾ ਮੈਂ, ਅਸਲ ਸੰਤ ਉਹ ਹੈ ਜਿਹੜਾ ਸਿਆਲ ਦੇ ਦਿਨਾਂ ਦੇ ਅੰਦਰ ਨਹਿਰੀ ਪਾਣੀ ਦੀਆਂ ਵਾਰੀਆਂ ਲਾਉਂਦਾ ਤੇ ਖਾਲੇ ਖਾਲੇ ਤੁਰਿਆ ਆਉਂਦਾ। ਬੋਲੋ ਵੀ ਸੱਚ ਹੈ ਕਿ ਨਹੀਂ ਸੱਚ? ਪੈਰ ਸੁੰਨ ਹੋਏ ਹੁੰਦੇ ਨੇ, ਜੇ ਪੈਰ ਵੱਢਿਆ ਜਾਵੇ ਨਾ ਤੇ ਪਤਾ ਨਹੀਂ ਜੇ ਲੱਗਦਾ। ਘਰ ਆ ਕੇ ਜਵਾਕ ਪੁੱਛਦਾ, ਕਹਿੰਦਾ ਬਾਪੂ ਪੈਰ ਚੋਂ ਲਹੂ ਕਿਉਂ ਨਿਕਲਦਾ? ਕਹਿੰਦਾ ਮੈਨੂੰ ਤੇ ਪਤਾ ਨਹੀਂ ਲੱਗਾ, ਪੈਰ ਦੇ ਵਿੱਚੋਂ ਲਹੂ ਨਿਕਲਦਾ ਪਿਆ। ਕਿਉਂ? ਪੈਰ ਸੁੰਨ ਹੋਇਆ ਹੁੰਦਾ, ਦਰਦ ਬਾਅਦ ਵਿੱਚ ਪਤਾ ਲੱਗਦੇ ਨੇ। ਸੋ ਬੜਾ ਔਖਾ ਕੰਮ ਹੈ, ਖੇਤੀ ਐਡਾ ਸੌਖਾ ਕੰਮ ਨਹੀਂ, ਬੜਾ ਔਖਾ ਕੰਮ ਹੈ। ਪਰ ਇੱਥੇ ਸਾਰੇ ਰਲ ਮਿਲ ਕੇ ਕਿਸਾਨ ਭਰਾ ਵੀ, ਮਜ਼ਦੂਰ ਭਰਾ ਵੀ, ਵਪਾਰੀ ਵੀ ਨਾਲ ਚੱਲੇ। ਜੇ ਵਪਾਰੀ ਅੱਜ ਨਾਲ ਨਹੀਂ ਚੱਲੇਗਾ, ਆਉਣ ਵਾਲੇ ਸਮੇਂ ਦੇ ਵਿੱਚ ਵਪਾਰੀ ਵੀ ਧੋਖਾ ਖਾਵੇਗਾ। ਦੁਕਾਨਦਾਰ ਭਰਾ ਵੀ ਨਾਲ ਚੱਲਣ ਕਿਸਾਨਾਂ ਦੇ। ਮਖੂ ਨੂੰ ਕਿੰਨਾ ਪਿੰਡ ਲੱਗਦਾ? ਮਖੂ ਦੀ ਸਮੁੱਚੀ ਮਾਰਕੀਟ ਕਿਸਾਨ ਭਰਾਵਾਂ ਦੇ ਸਿਰ ਦੇ ਉੱਪਰ ਖੜੀ ਹੈ, ਇਹ ਸੱਚ ਹੈ। ਪੁੱਛ ਕੇ ਵੇਖੋ, ਆ ਵੀਰਾਂ ਨੇ ਪਿੰਡ ਦੱਸੇ ਨੇ, ਕਹਿੰਦੇ ਵੀ 200 ਦੇ ਲਾਗੇ ਪਿੰਡ ਹੈ। ਸੋ ਸਾਰੇ ਮੇਰੇ ਵੀਰ ਰਲ ਮਿਲ ਕੇ ਆਪਾਂ ਹੰਬਲਾ ਮਾਰੀਏ, ਏਕਤਾ ਬਣਾਈਏ। ਐਸੇ ਸਮੇਂ ਦੇ ਉੱਪਰ ਨਾ ਜਾਤੀ ਭੇਦਭਾਵ ਹੋਵੇ, ਨਾ ਕੋਈ ਪਾਰਟੀ ਦਾ ਭੇਦਭਾਵ ਹੋਵੇ, ਨਾ ਆਰਥਿਕਤਾ ਦਾ ਭੇਦਭਾਵ ਹੋਵੇ। ਸਾਰੇ ਭੇਦਭਾਵ ਆਪਾਂ ਖਤਮ ਕਰਕੇ ਇਕੱਠੇ ਹੋਈਏ, ਮੁੱਦੇ ਦਾ ਹੱਲ ਕੱਢੀਏ। ਇਹਨਾਂ ਕੁਝ ਕਹਿੰਦਾ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।